ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੁਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸਮੇ ਹੈ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਿਨਾਮ। ਮਹਾਰਾਜ ਨੇ ਵੇਖਿਆ ਧਰਤੀ ਤੇ ਡਿੱਗਾ ਪਿਆ, ਢਾਲ ਦੀ ਛਾਂ ਕਰਦੇ ਆ। ਮਹਾਰਾਜ ਦੇ ਨੇਤਰਾਂ ਵਿੱਚੋਂ ਜਲ ਨਿਕਲਦਾ ਹੈ। ਉਹ ਜਲ ਪੈਂਦੇ ਖਾਂ ਦੇ ਮੂੰਹ ਦੇ ਉੱਤੇ ਪੈਂਦਾ ਹੈ। ਪੈਂਦੇ ਖਾਂ ਨੂੰ ਮਹਾਰਾਜ ਨੇ ਬਖਸ਼ ਕੇ ਸੱਚਖੰਡ ਨੂੰ ਤੋਰਿਆ। ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ, ਅੱਜ ਫੇਰ ਕਰ ਦਿੰਦਾ। ਗੁਰਬਾਣੀ ਦੇ ਵਿੱਚ ਇੱਕ ਸ਼ਬਦ ਮਨਮੁਖ ਆਉਂਦਾ ਹੈ, ਇੱਕ ਸ਼ਬਦ ਗੁਰਮੁਖ ਆਉਂਦਾ। ਵਾਹਿਗੁਰੂ ਇੱਕ ਆਉਂਦਾ ਬੇਮੁਖ। ਮਨਮੁਖ ਤੇ ਬੇਮੁਖ। ਮਨਮੁਖ ਉਹਨੂੰ ਕਹਿੰਦੇ ਆ ਜਿਹੜਾ ਆਪਣੇ ਮਨ ਦੀ ਮੱਤ ਦੇ ਅਨੁਸਾਰ ਚੱਲਦਾ ਹੈ, ਆਪਣੀ ਮਰਜ਼ੀ ਕਰਦਾ ਹੈ, ਆਪਣੀ ਮਰਜ਼ੀ ਦੇ ਅਨੁਸਾਰ ਜਿਉਂਦਾ ਹੈ, ਗੁਰੂ ਦੀ ਨਹੀਂ ਸੁਣਦਾ। ਬੇਮੁਖ ਕਿਹਨੂੰ ਕਹਿੰਦੇ ਆ? ਬੇਮੁਖ ਕਹਿੰਦੇ ਜਿਹੜੇ ਪਹਿਲਾਂ ਗੁਰੂ ਵਾਲਾ ਹੋਵੇ ਫਿਰ ਗੁਰੂ ਤੋਂ ਉਲਟ ਹੋ ਜਾਵੇ, ਉਹਨੂੰ ਬੇਮੁਖ ਕਹਿੰਦੇ ਆ। ਵੀ ਇਹ ਬੇਮੁਖ ਹੋ ਗਿਆ। ਮਨਮੁਖ ਨੂੰ ਬੇਮੁਖ ਨਹੀਂ ਕਹਿੰਦੇ। ਪਰ ਤੁਸੀਂ ਸ਼ਬਦ ਧਿਆਨ ਨਾਲ ਸੁਣਿਓ ਸੰਗਤ ਜੀ। ਸੁਣਨ ਵਿੱਚ ਇਉਂ ਲੱਗਦਾ ਕਿ ਮਨਮੁਖ ਜ਼ਿਆਦਾ ਚੰਗਾ ਹੈ ਤੇ ਬੇਮੁਖ ਜਿਹੜਾ ਹੈ ਉਹ ਜ਼ਿਆਦਾ ਮਾੜਾ ਹੈ। ਕਿਉਂ? ਮਨਮੁਖ ਤੇ ਗੁਰੂ ਦੇ ਚਰਨਾਂ 'ਚ ਆਇਆ ਹੀ ਨਹੀਂ, ਤੇ ਬੇਮੁਖ ਗੁਰੂ ਦੇ ਚਰਨਾਂ 'ਚ ਆ ਕੇ ਵੀ ਗੁਰੂ ਦੇ ਚਰਨ ਛੱਡ ਗਿਆ, ਤੇ ਜ਼ਿਆਦਾ ਖਤਰਨਾਕ ਤੇ ਬੇਮੁਖ ਹੋਇਆ ਨਾ। ਪਰ ਪਿਆਰਿਓ, ਤੁਸੀਂ ਬਾਣੀ ਪੜ੍ਹਨ ਵਾਲੇ ਸੱਜਣ ਬੈਠੇ ਹੋ, ਇੱਕ ਗੱਲ ਪੱਕੀ ਚੇਤਾ ਰੱਖੋ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ, ਸ੍ਰੀ ਆਨੰਦ ਸਾਹਿਬ। ਆਨੰਦ ਸਾਹਿਬ ਵਿੱਚ ਮਹਾਰਾਜ ਕਿਰਪਾ ਕਰਦੇ ਆ ਕਿ ਬੇਮੁਖ ਜ਼ਿਆਦਾ ਚੰਗਾ ਹੈ।
ਕਿਉਂਕਿ ਬੇਮੁਖ ਦਾ ਉਧਾਰ ਹੋ ਜਾਂਦਾ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਬੇਮੁਖ ਦਾ ਉਧਾਰ ਹੋ ਜਾਂਦਾ ਹੈ। ਉਹ ਕਿਵੇਂ? ਤੁਸੀਂ ਸੁਣਿਆ, ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰਥੈ ਕੋਈ, ਪੁੱਛੋ ਵਿਵੇਕੀਆ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਇਸ ਕਰਕੇ ਬੇਮੁਖ ਦਾ ਉਧਾਰ ਹੋ ਜਾਂਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਇਹ ਬੇਮੁਖ ਹੋਇਆ ਸੀ ਪੈਂਦੇ ਖਾਂ। ਮਹਾਰਾਜ ਨੇ ਇਹਨੂੰ ਸੱਚਖੰਡ ਨੂੰ ਤੋਰਿਆ। ਪੈਂਦੇ ਖਾਂ ਦਾ ਜਵਾਈ, ਉਹਨੂੰ ਬਾਬਾ ਗੁਰਦਿੱਤਾ ਜੀ ਨੇ ਤੀਰ ਮਾਰ ਕੇ, ਉਹਦੇ ਮੱਥੇ 'ਚ ਖਪਰਾ ਤੀਰ ਮਾਰ ਕੇ ਉਹ ਵੀ ਮਰ ਗਿਆ। ਬਾਬਾ ਗੁਰਦਿੱਤਾ ਜੀ ਅਫਸੋਸ ਜਿਹਾ ਕਰਨ ਲੱਗਦੇ ਆ। ਬਾਬਾ ਵਿਧੀ ਚੰਦ ਛੇਤੀ ਨਾਲ ਉੱਥੋਂ ਉਠਾ ਕੇ ਤੇ ਫਿਰ ਘਰ ਪਹੁੰਚਾ ਦਿੰਦੇ ਆ ਬਾਬਾ ਗੁਰਦਿੱਤਾ ਜੀ ਨੂੰ। ਕੁਤਬ ਖਾਂ ਵੀ ਮਾਰਿਆ ਗਿਆ। ਭਾਈ ਮਹਿਰਾ ਜੀ ਸ਼ਹੀਦ ਹੋ ਗਏ। ਕੁਤਬ ਖਾਂ ਜਦੋਂ ਮਰਿਆ, ਬੜੀ ਬੁਰੀ ਮੌਤੇ ਮਰਿਆ। ਜਲੰਧਰ ਦਾ ਸੂਬਾ ਸੀਗਾ। ਜਦੋਂ ਪਹਿਲਾਂ ਪੈਂਦੇ ਖਾਂ ਤੇ ਅਸਮਾਨ ਖਾਂ ਮਰੇ ਆ ਨਾ, ਤੇ ਸੰਗਤ ਜੀ ਉਦੋਂ ਕੁਤਬ ਖਾਂ ਨੇ ਪੈਂਦੇ ਖਾਂ ਦੀ ਜਿੱਤ ਦੀ ਆਸ, ਵਾਹਿਗੁਰੂ ਕਾਲੇ ਖਾਂ ਦੀ ਜਿੱਤ ਦੀ ਆਸ ਛੱਡ ਦਿੱਤੀ ਸੀ ਵੀ ਕਾਲੇ ਖਾਂ ਕੋ ਜਿੱਤਿਆ ਨਹੀਂ ਜਾਣਾ। ਪੈਂਦਾ ਖਾਂ ਤੇ ਮਰ ਗਿਆ। ਫਿਰ ਅਖੀਰ ਕੁਤਬ ਖਾਂ ਨੇ ਜੰਗ ਦੀ ਕਮਾਂਡ ਸਾਂਭੀ ਤੇ ਕੁਤਬ ਖਾਂ ਵੀ ਮਰ ਗਿਆ। ਸਾਧ ਸੰਗਤ ਜੀ, ਕੁਤਬ ਖਾਂ ਵੀ ਮਰ ਗਿਆ। ਜਦੋਂ ਕੁਤਬ ਖਾਂ ਮਰ ਗਿਆ ਤੇ ਕਾਲੇ ਖਾਂ ਰਹਿ ਗਿਆ। ਤੇ ਕਾਲੇ ਖਾਂ ਨੇ ਸੋਚਿਆ ਵੀ ਹੁਣ ਮੈਂ ਨਾ ਤੇ ਪਿੱਛੇ ਮੁੜ ਸਕਦਾ, ਨਾ ਮੈਂ ਅੱਗੇ ਜਾ ਸਕਦਾ। ਹੁਣ ਉਹਨੇ ਸਿਪਾਹੀ ਸਾਰੇ ਇਕੱਠੇ ਕਰਕੇ ਸਿਪਾਹੀਆਂ ਨੂੰ ਵੰਗਾਰਿਆ ਵੀ ਸਾਵਧਾਨ ਹੋ ਜਾਵੋ, ਇਕੱਠੇ ਹੋ ਜਾਓ। ਅੱਗੇ ਤੇ ਇਹ ਮਨਸ਼ਾ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਫੜਨਾ। ਹੁਣ ਇਹ ਆ ਵੀ ਜੰਗ ਵਿੱਚ ਕਿਸੇ ਤਰੀਕੇ ਨਾਲ ਮਾਰ ਦਿਓ। ਜੰਗ ਦਾ ਪੈਂਤੜਾ ਬਦਲਿਆ ਇਹਨਾਂ ਨੇ। ਕਾਲੇ ਖਾਂ ਬੜੇ ਯੋਧਿਆਂ ਨੂੰ ਨਾਲ ਲੈ ਕੇ ਸਾਧ ਸੰਗਤ ਦੀ ਆਇਆ। ਕਾਲੇ ਖਾਂ ਜਦੋਂ ਆਇਆ, ਉਹਨੇ ਕੁਝ ਸਿੱਖਾਂ ਨੂੰ ਸ਼ਹੀਦ ਵੀ ਕੀਤਾ ਜੀ, ਕਿਉਂਕਿ ਯੋਧਾ ਸੀ ਬੜਾ ਵੱਡਾ ਕਾਲੇ ਖਾਂ। ਕੁਝ ਸਿੱਖਾਂ ਨੂੰ ਸ਼ਹੀਦ ਵੀ ਕੀਤਾ। ਇੱਕ ਵਾਰੀ ਕਾਲੇ ਖਾਂ ਦੇ ਆਉਣ ਦੇ ਨਾਲ ਜੰਗ ਦੀ ਦਿਸ਼ਾ ਜਿਹੜੀ ਸੀ ਉਹ ਬਦਲੀ ਹੈ, ਪਰ ਫਿਰ ਵੀ ਇਹ ਕਿੰਨਾ ਕੁ ਚਿਰ ਚੱਲ ਸਕਦਾ ਸੀਗਾ। ਹੁਣ ਅੱਜ ਆਪਾਂ ਸੁਣਾਂਗੇ ਮੇਰੇ ਸਤਿਗੁਰੂ ਜੀ ਕਾਲੇ ਖਾਂ ਦਾ ਕਿਵੇਂ ਉਧਾਰ ਕਰਦੇ ਆ। ਪਿਆਰ ਨਾਲ ਸਾਰੇ ਕਥਾ ਸੁਣੋ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਲੱਗੀ ਸੈਨ ਸੋ ਸੈਨ ਤਬ। ਗੁਰ ਸਿੱਖਾਂ ਦੀ ਸੈਨਾ ਜਿਹੜੀ ਹੈ ਉਹ ਸਾਧ ਸੰਗਤ ਜੀ ਤੁਰਕਾਂ ਦੀ ਸੈਨਾ ਦੇ ਨਾਲ ਲੜ ਰਹੀ ਹੈ। ਜੰਗ ਹੋ ਰਿਹਾ। ਹਥਿਆਰਨ ਕਹੋ ਮਾਰ। ਬੜੇ ਹਥਿਆਰਾਂ ਦੀ ਮਾਰ ਪੈ ਰਹੀ ਹੈ। ਇੱਕ ਦੂਜੇ ਨਾਲ ਹਥਿਆਰਾਂ ਨਾਲ ਲੜ ਰਹੇ ਹਨ। ਕਾਲੇ ਖਾਂ ਸਨਮੁਖ ਗਇਓ। ਕਾਲੇ ਖਾਂ ਜਿਹੜਾ ਇਹ ਫਿਰ ਸਤਿਗੁਰੂ ਜੀ ਦੇ ਸਾਹਮਣੇ ਗਿਆ ਹੈ। ਜਹ ਸਤਿਗੁਰੂ ਨਿਹਾਰ। ਕਾਲੇ ਖਾਂ ਨੇ ਜਿਸ ਪਾਸੇ ਛੇਵੇਂ ਪਾਤਸ਼ਾਹ ਨੂੰ ਦੇਖਿਆ, ਕਾਲੇ ਖਾਂ ਉਸ ਪਾਸੇ ਨੂੰ ਗਿਆ। ਚੌਪਈ ਚੰਚਲ ਕਰਤ ਤੁਰੰਗ ਨਚਾਇਓ। ਆਪਣੇ ਘੋੜੇ ਨੂੰ ਚੰਚਲ ਕਰਦਾ ਹੋਇਆ, ਨਚਾਉਂਦਾ ਹੋਇਆ ਸਤਿਗੁਰੂ ਜੀ ਵੱਲ ਕਾਲੇ ਖਾਂ ਵੱਧ ਰਿਹਾ ਹੈ। ਸ਼੍ਰੀ ਹਰਗੋਬਿੰਦ ਸਨਮੁਖ ਆਇਓ। ਕਰਦਿਆਂ ਕਰਦਿਆਂ ਇਹ ਸਤਿਗੁਰੂ ਜੀ ਦੇ ਸਾਹਮਣੇ ਆਇਆ। ਪਹੁੰਚਿਓ ਨਿਕਟ ਧਨੁਖ ਸੰਭਾਰਤ। ਤੇ ਧਨੁਖ ਨੂੰ ਸੰਭਾਲ ਕੇ ਨਾ ਹੱਥ 'ਚ ਧਨੁਖ ਫੜ ਲਿਆ ਤੇ ਸਤਿਗੁਰੂ ਜੀ ਦੇ ਨੇੜੇ ਹੋ ਰਿਹਾ। ਖਰ ਖਪਰਾ ਗੁਣ ਮਹਿ ਸੰਚਾਰਤ। ਖਪਰੇ ਤੀਰ ਇਹਨੇ ਜਿਹੜੇ ਆ ਆਪਣੇ ਪੱਥੇ ਦੇ ਵਿੱਚ ਪਾਏ ਹੋਏ। ਖਪਰਾ ਤੀਰ ਜਿਹੜਾ ਹੈ ਨਾ, ਇਹ ਚੌੜਾ ਹੁੰਦਾ ਸਾਧ ਸੰਗਤ ਜੀ। ਖਪਰਾ ਤੀਰ ਕਾਲੇ ਖਾਂ ਨੇ ਖਪਰੇ ਤੀਰਾਂ ਨਾਲ ਪੱਥਾ ਭਰਿਆ ਹੈ। ਗੁਰਨ ਬੰਗਾਰਤ ਬਾਕ ਉਚਾਰੇ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਾਲੇ ਖਾਂ ਵੰਗਾਰਨ ਲੱਗਾ ਹੈ।
ਹਾਂਜੀ ਪ੍ਰਥਮ ਤੁਮ ਹੋ ਬਹੁ ਖਾਨ ਸੰਘਾਰੇ। ਕਹਿੰਦਾ ਮਹਾਰਾਜ ਨੂੰ, ਕਹਿੰਦਾ ਤੁਸੀਂ ਪਹਿਲਾਂ ਵੀ ਬੜੇ ਖਾਨ ਮਾਰਤੇ ਆ, ਮੁਗਲਸ ਖਾਂ ਮਾਰਿਆ, ਲੱਲਾ ਬੇਗ ਮਾਰਿਆ, ਅਬਦੁੱਲਾ ਖਾਂ ਮਾਰਿਆ, ਪੈਂਦਾ ਖਾਂ ਮਾਰਤਾ, ਕੁਤਬ ਖਾਂ ਵੀ ਮਾਰਿਆ ਗਿਆ, ਅਸਮਾਨ ਖਾਂ ਵੀ ਮਾਰਿਆ, ਤੁਸੀਂ ਪਹਿਲਾਂ ਹੀ ਵੀ ਬੜੇ ਖਾਨ ਮਾਰੇ ਆ। ਹਾਂਜੀ ਜੇ ਤੀਰਨ ਤੇ ਅਧਿਕ ਚਲਾਵਤ। ਹਾਂਜੀ ਸਭ ਮੈਂ ਵੱਡ ਬਲਵਾਨ ਕਹਾਵਤ। ਕਹਿੰਦਾ ਮੈਂ ਸੁਣਿਆ ਵੀ ਤੁਸੀਂ ਤੀਰ ਬੜੇ ਚਲਾਉਂਦੇ ਹੋ, ਤੀਰ ਚਲਾਉਂਦੇ ਹੋ, ਸਾਰੇ ਤੁਹਾਨੂੰ ਬੜਾ ਬਲਵਾਨ ਕਹਿੰਦੇ ਆ ਵੀ ਮਹਾਰਾਜ ਤੀਰ ਬੜੇ ਚਲਾਉਂਦੇ ਆ। ਅਬ ਮੈਂ ਚੱਲ ਆਇਓ ਤੁਮ ਓਰਾ। ਕਹਿੰਦਾ ਹੁਣ ਮੈਂ ਤੁਹਾਡੇ ਵੱਲ ਚੱਲ ਕੇ ਆਇਆ ਹਾਂ। ਕਾਲੇ ਖਾਨ ਨਾਮ ਲਖ ਮੋਰਾ। ਮਹਾਰਾਜ ਨੂੰ ਪਤਾ ਕੀ ਕਹਿੰਦਾ? ਕਹਿੰਦਾ ਮੇਰਾ ਨਾਮ ਹੈ ਕਾਲੇ ਖਾਂ। ਆਖੋ ਵਾਹਿਗੁਰੂ। ਵਾਹਿਗੁਰੂ। ਬੜਾ ਘਰੋੜ ਕੇ ਗੁਰੂ ਸਾਹਿਬ ਨੂੰ ਆਪਣਾ ਨਾਮ ਦੱਸਣ ਲੱਗਾ। ਤੁਮ ਕੋ ਪਕਰਨ ਸ਼ਾਹੋ ਪਠਾਇਓ, ਬਹੁ ਲਸ਼ਕਰ ਲੈ ਚੜ ਮੈਂ ਆਇਓ। ਹਾਂਜੀ ਸਭ ਕਹਿ ਸਭ ਕੋ ਪਲਟਾਰਨ ਲੈ ਹਾਂ। ਹਾਂਜੀ ਨਾਹੀਂ ਤਾਂ ਪ੍ਰਾਨ ਆਪਨੇ ਦੇ ਹੋ। ਕਹਿੰਦਾ ਮੈਂ ਤੁਹਾਨੂੰ ਫੜਨ ਵਾਸਤੇ ਆਇਆ। ਵੇਖੋ ਸਤਿਗੁਰੂ ਜੀ ਦੇ ਸਾਹਮਣੇ, ਸੱਚੀ ਸਰਕਾਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਮਹਾਰਾਜ ਗਰੀਬ ਨਵਾਜ ਜੀ ਨੂੰ ਇਹ ਕਹਿ ਰਿਹਾ। ਕਹਿੰਦਾ ਮੈਂ ਤੁਹਾਨੂੰ ਫੜਨ ਵਾਸਤੇ ਆਇਆ, ਮੈਂ ਤੁਹਾਨੂੰ ਫੜ ਕੇ ਬਾਦਸ਼ਾਹ ਕੋ ਲੈ ਜਾਵਾਂਗਾ, ਬਦਲਾ ਲਵਾਂਗਾ, ਨਹੀਂ ਤਾਂ ਆਪਣੇ ਪ੍ਰਾਣ ਗਵਾ ਦਿਆਂਗਾ। ਸਾਵਧਾਨ ਹੋਏ ਸਹੁ ਮਮ ਬਾਨਾ, ਹਤੋ ਮਹਾ ਤੀਖਨ ਹਿਤਹਾਨਾ। ਸਾਵਧਾਨ ਹੋ ਕੇ ਮੇਰੇ ਤੀਰਾਂ ਨੂੰ ਸਭ। ਆਖੋ ਵਾਹਿਗੁਰੂ। ਵਾਹਿਗੁਰੂ। ਕਾਲੇ ਖਾਂ ਕਹਿੰਦਾ ਕਹਾਉਂਦਾ ਜੋਧਾ ਮਹਾਰਾਜ ਨੂੰ, ਕਹਿੰਦਾ ਮੇਰੇ ਤੀਰਾਂ ਦਾ ਵਾਰ ਸਹਾਰੋ ਜੇ ਤੁਸੀਂ ਜੋਧੇ ਹੋ ਤੇ। ਹਾਂਜੀ ਸ਼੍ਰੀ ਹਰਗੋਬਿੰਦ ਸੁਨ ਮੁਸਕਾਏ। ਆਖੋ ਵਾਹਿਗੁਰੂ। ਜੰਗ ਦੇ ਵਿੱਚ ਜਿਸ ਦੁਸ਼ਮਣ ਦੇ ਸਾਹਮਣੇ ਕੋਈ ਮੁਸਕਰਾ ਸਕਦਾ ਹੈ ਤੇ ਗੁਰੂ ਨਾਨਕ ਦੀ ਜੋਤ ਹੀ ਮੁਸਕਰਾ ਸਕਦੀ ਹੈ। ਦਸਵੇਂ ਪਾਤਸ਼ਾਹ ਮਹਾਰਾਜ ਵੀ ਇਸ ਤਰ੍ਹਾਂ ਮੁਸਕਰਾਉਂਦੇ ਸਨ। ਜਿਵੇਂ ਪੈਂਦਾ ਖਾਂ 6ਵੇਂ ਪਾਤਸ਼ਾਹ ਦੇ ਸਮੇਂ ਹੋਇਆ, ਇੱਕ 10ਵੇਂ ਪਾਤਸ਼ਾਹ ਦੇ ਸਮੇਂ ਹੋਇਆ, ਉਹਦਾ ਨਾਂ ਸੀ ਪੈਂਡੇ ਖਾਨ। ਉਹ ਡੱਡੇ ਦੇ ਨਾਲ ਸੀਗਾ। ਮਹਾਰਾਜ 10ਵੇਂ ਪਾਤਸ਼ਾਹ ਉਹਦੇ ਸਾਹਮਣੇ ਵੀ ਮੁਸਕਰਾਏ ਸੀਗੇ। ਜਦੋਂ ਕਾਲੇ ਖਾਂ ਕਹਿੰਦਾ ਹੈ ਨਾ ਮੇਰੇ ਤੀਰਾਂ ਦਾ ਵਾਰ ਸਹੋ, ਤੇ ਸਤਿਗੁਰੂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਦੀਆਂ ਗੱਲਾਂ ਸੁਣ ਕੇ ਤੇ ਮੁਸਕਰਾ ਪਏ। ਜਿਸ ਮਗ ਪੂਰਬ ਤੁਰਕ ਪਠਾਏ। ਤੇ ਮੁਸਕਰਾ ਕੇ ਕਹਿਣ ਲੱਗੇ, ਮਹਾਰਾਜ ਕਹਿੰਦੇ ਕਾਲੇ ਖਾਂ ਜਿਸ ਰਸਤੇ ਬਾਕੀ ਤੁਰਕ ਭੇਜੇ ਆ ਨਾ ਨਰਕਾਂ ਨੂੰ, ਹਾਂਜੀ ਸੋ ਅਬ ਬੰਦ ਨਹੀਂ ਕੁਛ ਭਇਓ। ਮਹਾਰਾਜ ਕਹਿੰਦੇ ਅਜੇ ਉਹ ਰਾਹ ਖੁੱਲਾ ਹੈ, ਅਜੇ ਉਹ ਰਾਹ ਬੰਦ ਨਹੀਂ ਕੀਤਾ ਪੂਰਾ ਚੰਗੀ ਤਰ੍ਹਾਂ। ਸਭ ਆਏ ਭਟ ਰਣ ਕਰ ਲਿਓ। ਜਿੰਨੇ ਯੋਧੇ ਆਏ ਸੀ ਮਹਾਰਾਜ ਕਹਿੰਦੇ ਸਾਰੇ ਤੋਰੇ ਆਣ, ਤੂੰ ਵੀ ਫਿਰ ਤਿਆਰੀ ਕਰ ਲੈ। ਅਜੇ ਉਹ ਰਾਹ ਖੋਲਿਆ ਮਹਾਰਾਜ ਕਹਿੰਦੇ ਅਸੀਂ ਨਰਕਾਂ ਵਾਲਾ, ਅਜੇ ਉਹ ਬੰਦ ਨਹੀਂ ਕੀਤਾ। ਨਾਸਹਿ ਸ਼ਾਹੋ ਬਾਹਨੀ ਸਾਰੀ, ਹਮ ਠਾਂਡੇ ਅਬ ਤੋਹੇ ਅਗਾਰੀ। ਮਹਾਰਾਜ ਕਹਿੰਦੇ ਬਾਦਸ਼ਾਹ ਦੀ ਸਾਰੀ ਫੌਜ ਮਾਰਨੀ ਹੈ, ਅਸੀਂ ਤੇਰੇ ਸਾਹਮਣੇ ਖਲੋਤੇ ਆਂ। ਹਾਂਜੀ ਜਸ ਵਿਦਿਆ ਤੀਰਨ ਕੀ ਪਾਈ। ਮਹਾਰਾਜ ਕਹਿੰਦੇ ਸਾਨੂੰ ਪਤਾ ਹੈ ਤੈਨੂੰ ਵੀ ਤੀਰ ਚਲਾਉਣੇ ਬੜੇ ਆਉਂਦੇ ਆ, ਤੂੰ ਤੀਰਾਂ ਦੀ ਵਿੱਦਿਆ ਪ੍ਰਾਪਤ ਕੀਤੀ ਹੈ। ਜਿਵੇਂ ਤੂੰ ਤੀਰਾਂ ਦੀ ਵਿੱਦਿਆ ਪ੍ਰਾਪਤ ਕੀਤੀ ਹੈ, ਸੋ ਅਬ ਕਰਹੋ ਦੇਹੋ ਦਿਖਰਾਈ। ਮਹਾਰਾਜ ਕਹਿੰਦੇ ਵਿਖਾ ਫਿਰ ਸਾਨੂੰ ਕਿਵੇਂ ਦੀ ਵਿੱਦਿਆ ਤੇਰੇ ਕੋਲ ਹੈ। ਪੂਰਬ ਸਹੈ ਵਾਰ ਸਰ ਤੋਰਾ, ਹਾਂਜੀ ਪੀਛੇ ਕਰੋ ਬਿਲੋਕਨ ਮੇਰਾ। ਮਹਾਰਾਜ ਕਹਿੰਦੇ ਪਹਿਲਾਂ ਤੂੰ ਵਾਰ ਕਰਨੇ ਆ, ਪਹਿਲਾਂ ਅਸੀਂ ਤੇਰੀ ਵਿੱਦਿਆ ਚੈੱਕ ਕਰਾਂਗੇ, ਵੇਖਾਂਗੇ, ਜਾਂਚਾਂਗੇ, ਫਿਰ ਮਹਾਰਾਜ ਕਹਿੰਦੇ ਅਸੀਂ ਵੀ ਵਾਰ ਕਰ ਦਿਆਂਗੇ ਤੇਰੇ ਤੇ। ਇਮ ਸੁਨਤੇ ਸ਼ਰੁਤ ਲਓ ਧਨ ਤਨ। ਇਹ ਫਿਰ ਸੁਣ ਕੇ ਕਾਲੇ ਖਾਂ ਗੁੱਸੇ 'ਚ ਆਇਆ ਵੀ ਅੱਜ ਤੱਕ ਮੈਨੂੰ ਜੰਗੇ ਮੈਦਾਨ ਵਿੱਚ ਕਿਸੇ ਨੇ ਇਸ ਤਰੀਕੇ ਨਾਲ ਲਲਕਾਰਿਆ ਨਹੀਂ ਹੈ, ਤੇ ਮਹਾਰਾਜ ਮੈਨੂੰ ਕਹਿੰਦੇ ਆ ਵੀ ਹੋ ਤਗੜਾ ਕਾਰੋਬਾਰ। ਉਹਨੇ ਫਿਰ ਖੱਪਰਾ ਤੀਰ ਲਾ ਕੇ ਤੇ ਧਨੁਖ ਦੇ ਵਿੱਚ ਲਾ ਕੇ ਕੰਨ ਤੱਕ ਖਿੱਚਿਆ। ਬਲ ਤੇ ਤਿਆਗਿਓ ਤੀਖਨ ਬਾਨਾ। ਸਤਿਗੁਰੂ ਜੀ ਵੱਲ ਵੇਖ ਕੇ ਸਾਧ ਸੰਗਤ ਜੀ ਉਹਨੇ ਬੜੇ ਬਲ ਦੇ ਨਾਲ ਛੱਡਿਆ। ਸ਼ੋਰਤ ਬੋਲਿਓ ਕਾਲੇ ਖਾਨਾ। ਤੀਰ ਛੱਡਦਾ ਹੋਇਆ ਕਾਲੇ ਖਾਂ ਮਹਾਰਾਜ ਨੂੰ ਕਹਿਣ ਲੱਗਾ, ਲਿਹੋ ਪਤਾ ਜਿਮ ਵਿਦਿਆ ਬਾਨਾ। ਕਹਿੰਦਾ ਫਿਰ ਪਤਾ ਕਰ ਲਵੋ ਵੀ ਮੇਰੀ ਕਿੰਨੀ ਕੁ ਵਿੱਦਿਆ ਹੈ, ਵੇਖ ਲਓ ਫਿਰ ਮੇਰੀ ਵਿੱਦਿਆ। ਜਿੰਨੇ ਵਿੱਦਿਆ ਸਿੱਖੀ ਹੁੰਦੀ ਉਹਨੂੰ ਮਾਣ ਵੀ ਹੁੰਦਾ ਹੈ, ਆਪਣੀ ਵਿੱਦਿਆ ਤੇ ਭਰੋਸਾ ਹੁੰਦਾ ਹੈ। ਵਿੱਦਿਆ ਕੰਮ ਹੀ ਉਦੋਂ ਆਉਂਦੀ ਜਦੋਂ ਭਰੋਸਾ ਹੋਵੇ।
ਹਾਂਜੀ ਮਾਰਾ ਹੀ ਜਨਹੁ ਧਰ ਗਿਰਿਓ। ਸਾਧ ਸੰਗਤ ਜੀ ਤੀਰ ਛੱਡਦਾ ਛੱਡਦਾ ਕਹਿੰਦਾ ਤੁਸੀਂ ਹੁਣ ਸਮਝੋ ਵੀ ਮਰੇ ਹੀ ਜੇ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਹਾਂਜੀ ਆਵਤ ਸਰ ਸਤਿਗੁਰੂ ਨਿਹਾਰਿਓ। ਗਰੀਬ ਨਵਾਜ ਮਹਾਰਾਜ ਨੇ ਵੇਖਿਆ ਵੀ ਉਹਨੇ ਤੀਰ ਛੱਡ ਦਿੱਤਾ ਤੇ ਤੀਰ ਸਾਡੇ ਵੱਲ ਆ ਰਿਹਾ ਹੈ। ਮਸਤਕ ਛੁਵਤ ਸੋ ਅੱਗੇ ਗਇਓ। ਹਾਂਜੀ ਗਇਓ ਅਗਾਰੇ ਖਰ ਖਪਰਾ ਕੁਛ ਮਾਸ ਉਤਾਰੇ। ਤੇ ਮਸਤਕ ਛੁਬਤ ਸੋ ਗਇਓ ਅਗਾਰੇ ਖਰ ਖਪਰਾ ਕੁਛ ਮਾਸ ਉਤਾਰੇ। ਜਦੋਂ ਉਹ ਖਪਰਾ ਤੀਰ ਲੰਘਿਆ ਨਾ ਮਹਾਰਾਜ ਦੇ ਲਾਗੋਂ ਲੰਘਿਆ, ਥੋੜਾ ਜਿਹਾ ਮਹਾਰਾਜ ਜੀ ਦੇ ਮੱਥੇ ਨੂੰ ਟੱਚ ਕਰਕੇ ਅੱਗੇ ਲੰਘ ਗਿਆ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਟੱਚ ਕਰਕੇ ਜਦੋਂ ਅੱਗੇ ਲੰਘਿਆ ਤੇ ਮਹਾਰਾਜ ਜੀ ਦੇ ਮੱਥੇ ਦਾ ਥੋੜਾ ਜਿਹਾ ਮਾਸ ਜਿਹੜਾ ਸੀ ਉਹ ਉਤਰ ਗਿਆ ਜੀ। ਵਿਦਿਆਵਾਨ ਸੀ। ਇਹ ਵੀ ਮਹਾਰਾਜ ਨੇ ਤਾਂ ਕੀਤਾ ਵੀ ਜੇ ਮਹਾਰਾਜ ਇਹਦਾ ਵਾਰ ਆਪਣੇ ਮੱਥੇ ਤੇ ਥੋੜਾ ਜਿਹਾ ਨਾ ਸਹਾਰਦੇ ਤੇ ਵਿਦਿਆ ਵਾਲੇ ਦੀ ਕਦਰ ਨਹੀਂ ਸੀ ਪੈਣੀ। ਇਹਨੇ ਮਿਹਨਤ ਬੜੀ ਲਾਈ ਹੈ। ਮਹਾਰਾਜ ਗਰੀਬ ਨਵਾਜ ਨੇ ਨਾ, ਕਦਰਦਾਨ ਨੇ, ਉਹਦੀ ਵਿਦਿਆ ਦੀ ਕਦਰ ਵਾਸਤੇ ਮਹਾਰਾਜ ਨੇ ਉਹਦਾ ਵਾਰ ਆਪਦੇ ਮੱਥੇ ਤੇ ਸਹਾਰਿਆ ਜੀ। ਹਾਂਜੀ ਬੂੰਦ ਰਕਤ ਕੀ ਨਿਕਸੀ ਲਾਲ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੱਥੇ ਦੇ ਵਿੱਚੋਂ ਮਹਾਰਾਜ ਜੀ ਦੇ ਪਵਿੱਤਰ ਖੂਨ ਦੀ ਬੂੰਦ ਜਿਹੜੀ ਆ ਉਹ ਧਰਤੀ ਤੇ ਡਿੱਗੀ। ਮਨਹੁ ਤਿਲਕ ਜੈ ਕੋ ਲਗ ਭਾਲ। ਆਖੋ ਵਾਹਿਗੁਰੂ। ਭਾਈ ਸੰਤੋਖ ਸਿੰਘ ਕਹਿੰਦੇ ਵੀ ਉਹ ਮੱਥੇ ਤੇ ਥੋੜਾ ਜਿਹਾ ਜਿਹੜਾ ਖੂਨ ਲੱਗਾ ਨਾ, ਉਹ ਇਉਂ ਹੋ ਗਿਆ ਜਿਵੇਂ ਜਿੱਤ ਦਾ ਟਿੱਕਾ ਲੱਗ ਗਿਆ ਹੁੰਦਾ ਹੈ ਜੀ। ਇਸ ਤਰ੍ਹਾਂ ਹੋ ਗਿਆ ਜੀ। ਹਾਂਜੀ ਹਿਰਦੈ ਕਰੋਧ ਲਬ ਦੂਨ ਚਾਉਨਾ। ਕਰਿਓ ਨਿਕਾਸਨ ਸਰ ਖਰ ਤੂਨਾ। ਅੱਜ ਤੱਕ ਕਾਲੇ ਖਾਂ ਦਾ ਤੀਰ ਬਿਨਾ ਮਾਰਨ ਤੋਂ ਕਦੀ ਕਿਸੇ ਨੂੰ ਵਿਅਰਥ ਨਹੀਂ ਸੀ ਗਿਆ। ਪਹਿਲੀ ਵਾਰੀ ਕਾਲੇ ਖਾਂ ਦਾ ਤੀਰ ਜਿਹੜਾ ਉਹ ਵਿਅਰਥ ਹੋ ਗਿਆ ਜੀ, ਮਾਰ ਨਹੀਂ ਸਕਿਆ। ਕਾਲੇ ਖਾਂ ਉਹਨੂੰ ਦੂਣਾ ਗੁੱਸਾ ਚੜਿਆ ਜੀ, ਅੱਗੇ ਨਾਲੋਂ ਵੀ ਦੂਣਾ ਗੁੱਸਾ ਚੜਿਆ ਤੇ ਕਰਿਓ ਨਿਕਾਸਨ ਸਰ ਖਰ ਤੂਨਾ। ਬੜਾ ਇੱਕ ਤਿੱਖਾ ਵੱਡਾ ਤੀਰ ਫਿਰ ਕੱਢਿਆ। ਤੂਰਨ ਪੁਰ ਕਾਨ ਲਗ ਮਾਰਾ। ਤੂਰਨ ਪੂਰ ਕਾਨ ਲਗ ਮਾਰਾ। ਉਸੇ ਵੇਲੇ ਲਾ ਕੇ ਵਾਹਿਗੁਰੂ ਕਮਾਨ ਵਿੱਚ ਤੇ ਕੰਨ ਤੱਕ ਖਿੱਚ ਕੇ ਮਾਰਿਆ। ਪਿਖ ਸਰੂਪ ਕੋ ਡਰ ਬਹੁ ਧਾਰਾ। ਸਾਧ ਸੰਗਤ ਸਾਹਮਣੇ ਛੇਵੇਂ ਪਾਤਸ਼ਾਹ ਇੱਕ ਵਾਰੀ ਕਾਲੇ ਖਾਂ ਵੀ ਕੰਬ ਗਿਆ ਜੀ। ਪਤਾ ਨਹੀਂ ਮਹਾਰਾਜ ਨੇ ਕਿਹੜਾ ਪ੍ਰਤਾਪ ਉਹਨੂੰ ਵਿਖਾਇਆ। ਬੜਾ ਵੱਡਾ ਯੋਧਾ ਹੈ ਜੀ ਇਹ। ਹਾਂਜੀ ਤਾਨਤ ਧਨ ਕੋ ਟਰ ਕਰ ਚਾਲਾ। ਪ੍ਰੇਰਿਤ ਬਾਜੀ ਬਹੁ ਬਲਵਾਲਾ। ਤਾਣੇ ਹੋਏ ਧਨੁਖ ਨੂੰ ਟਾਲ ਕੇ ਚਲਾ ਗਿਆ ਤੇ ਬਲਵਾਨ ਘੋੜੇ ਨੂੰ ਪ੍ਰੇਰ ਕੇ ਇੱਕ ਪਾਸੇ ਹੋ ਗਿਆ ਜੀ ਇਹ। ਹਾਂਜੀ ਛੁਟਿਓ ਤੀਰ ਗੁਰ ਕਰਤੇ ਐਸੇ। ਬਿਖ ਧਰ ਰਿਸ ਧਰ ਉੱਡਗਾ ਜੈਸੇ। ਗੱਜ ਕੇ ਆਖੋ। ਫਿਰ ਮਹਾਰਾਜ ਦੀ ਵਾਰੀ ਆਈ ਜੀ। ਇਹਦਾ ਤੀਰ ਐਵੇਂ ਹੀ ਗਿਆ। ਮਹਾਰਾਜ ਗਰੀਬ ਨਵਾਜ ਜੀ ਕਹਿੰਦੇ ਹੁਣ ਫਿਰ ਸਾਡੀ ਵਾਰੀ ਵੀ ਹੈਗੀ ਹੈ। ਤੇ ਛੁਟਿਓ ਤੀਰ ਗੁਰ ਕਰਤੇ ਐਸੇ। ਬਿਖ ਧਰ ਰਿਸ ਧਰ ਉੱਡਗਾ ਜੈਸੇ। ਜਿਵੇਂ ਜ਼ਹਿਰੀਲਾ ਸੱਪ ਉੱਡਣਾ ਨਹੀਂ ਜਾਂਦਾ ਜੀ, ਮਹਾਰਾਜ ਨੇ ਤੀਰ ਚਲਾਇਆ ਤੇ ਉਹ ਤੀਰ ਇਉਂ ਗਿਆ ਜਿਵੇਂ ਸ਼ੂਕਦਾ ਹੋਇਆ ਸੱਪ ਜਾਂਦਾ। ਸਾਧ ਸੰਗਤ ਜੀ ਤੁਰਕ ਗਇਓ ਬਚ ਤੁਰੰਗ ਸੰਘਾਰਿਓ। ਉਹ ਫਿਰ ਇਹਦਾ ਘੋੜਾ ਹਿੱਲ ਗਿਆ ਉਸ ਸਮੇਂ ਜੀ, ਇਹ ਵੀ ਹਿੱਲ ਗਿਆ। ਘੋੜਾ ਤਾਂ ਨੂੰ ਉਛਲਿਆ ਤੇ ਸਾਧ ਸੰਗਤ ਜੀ ਸਤਿਗੁਰੂ ਜੀ ਦਾ ਜਿਹੜਾ ਤੀਰ ਹੈ ਨਾ ਉਹ ਇਹਦੇ ਘੋੜੇ ਨੂੰ ਵੱਜ ਗਿਆ ਜੀ। ਹਾਂਜੀ ਲੱਗਿਓ ਉਧਰ ਮਹਿ ਪਾਰ ਪਧਾਰਿਓ। ਉਹ ਮਹਾਰਾਜ ਦਾ ਤੀਰ ਘੋੜੇ ਦੇ ਢਿੱਡ 'ਚ ਜਾ ਵੱਜਾ ਜੀ। ਘੋੜਾ ਇੱਕਦਮ ਤਾਂ ਹੋ ਗਿਆ ਪਰ ਕਾਲੇ ਖਾਂ ਦੇ ਘੋੜੇ ਦਾ ਉਧਾਰ ਹੋ ਗਿਆ ਜੀ। ਸਤਿਗੁਰੂ ਜੀ ਦੇ ਹੱਥੋਂ ਉਸ ਘੋੜੇ ਨੂੰ ਤੀਰ ਵੱਜ ਗਿਆ ਜੀ। ਕਾਲੇ ਖਾਨ ਉੱਤਰ ਕਰ ਖਰਿਓ। ਕਾਲੇ ਖਾਂ ਫਿਰ ਧਰਤੀ ਤੋਂ ਉਤਰ ਗਿਆ ਜੀ। ਕੁਝ ਵਿਦਵਾਨ ਕਹਿੰਦੇ ਆ ਵੀ ਸਮੇਤ ਘੋੜੇ ਦੇ ਵੱਢਿਆ ਸੀ ਮਹਾਰਾਜ ਨੇ, ਪਰ ਭਾਈ ਸੰਤੋਖ ਸਿੰਘ ਜੀ ਇੰਜ ਲਿਖਦੇ ਆ ਕਥਾ। ਕਾਲੇ ਖਾਂ ਫਿਰ ਧਰਤੀ ਤੇ ਉਤਰ ਗਿਆ। ਆਪਣਾ ਆਪ ਸੰਭਾਰਨ ਕਰਿਓ। ਆਪਣੇ ਆਪ ਨੂੰ ਸੰਭਾਲਿਆ। ਕੋਈ ਘੋੜਾ ਜੋ ਮਰ ਗਿਆ ਜੀ ਉਹਦਾ, ਆਪਣੇ ਆਪ ਨੂੰ ਸੰਭਾਲਿਆ। ਕਹਿਤ ਭਇਓ ਅਬ ਹੋਤ ਅਨੀਤੀ। ਜੇ ਤੁਮ ਕਰੋ ਜੰਗ ਕੀ ਨੀਤੀ। ਮਹਾਰਾਜ ਨੂੰ ਡਰਦਾ ਕਹਿਣ ਲੱਗਾ, ਕਹਿੰਦਾ ਜੇ ਹੁਣ ਤੁਸੀਂ ਘੋੜੇ ਤੇ ਹੋ, ਜੇ ਤੁਸੀਂ ਮੇਰੇ ਨਾਲ ਜੰਗ ਕਰਦੇ ਹੋ ਤੇ ਇਹ ਅਨੀਤੀ ਹੈ, ਇਹ ਪੁੱਠੀ ਗੱਲ ਹੈ, ਕਿਉਂਕਿ ਮੈਂ ਪੈਦਲ ਆ ਤੇ ਤੁਸੀਂ ਘੋੜੇ ਤੇ ਹੋ।
ਹਾਂਜੀ, ਖਰੋ ਧਰਾ ਪਰ ਮੈਂ ਹੈ ਬਿਨਾ। ਮੈਂ ਘੋੜੇ ਤੋਂ ਬਗੈਰ ਧਰਤੀ ਦੇ ਉੱਤੇ ਖਲੋਤਾ ਕਹਿੰਦਾ, ਤੁਮ ਚੜ ਰਹੇ ਬੇਗ ਜਿਸ ਘਨਾ। ਤੇ ਤੁਸੀਂ ਉਸ ਘੋੜੇ ਤੇ ਚੜੇ ਹੋ ਜਿਹੜਾ ਬੜਾ ਫੁਰਤੀ ਵਾਲਾ ਹੈ। ਹਾਂਜੀ, ਜੇਕਰ ਸਮ ਹੋਏ ਰਣ ਕੋ ਕਰੋ। ਤੇ ਮੇਰੇ ਬਰਾਬਰ ਹੋ ਕੇ ਜੰਗ ਕਰੋ। ਆਖੋ ਵਾਹਿਗੁਰੂ। ਮੇਰੇ ਸਾਹਮਣੇ ਮੇਰੇ ਬਰਾਬਰ ਹੋ ਕੇ ਜੰਗ ਕਰੋ। ਤਜਹੋ ਤੁਰੰਗ ਚਰਨ ਪਰ ਥਿਰੋ। ਕਹਿੰਦਾ ਘੋੜਾ ਛੱਡ ਕੇ ਧਰਤੀ ਤੇ ਖਲੋਵੋ, ਮੇਰੇ ਸਾਹਮਣੇ ਖਲੋਵੋ। ਤਉ ਮੈਂ ਕਰੂੰ ਖੜਗ ਸੰਗਰਾਮਾ। ਤੇ ਫਿਰ ਕਹਿੰਦਾ ਮਹਾਰਾਜ ਨੂੰ, ਕਹਿੰਦਾ ਜੇ ਮੇਰੇ ਸਾਹਮਣੇ ਆ ਕੇ ਖਲੋਵੋਗੇ ਤੇ ਮੈਂ ਤਲਵਾਰਬਾਜ਼ੀ ਵੀ ਕਰਨੀ ਚਾਹੁੰਦਾ ਹਾਂ। ਮੈਂ ਤਲਵਾਰ ਨਾਲ ਤੁਹਾਡੇ ਨਾਲ ਜੰਗ ਕਰਾਂਗਾ। ਤੱਕ ਬਹੁ ਦਾਵ ਦਹਨ ਅਰਬਾਮਾ। ਮੈਂ ਵੀ ਦਾ ਲਾਵਾਂਗਾ, ਕਹਿੰਦਾ ਸੱਜੇ ਖੱਬੇ ਵੇਖਾਂਗਾ। ਹਾਂਜੀ, ਜੇ ਨਹਿ ਮਾਨਹੁ ਚਹੁ ਸੰਘਾਰਾ। ਹਾਂਜੀ, ਤਉ ਕਰ ਲਿਓ ਆਪਨੋ ਵਾਰਾ। ਤੇ ਜੇ ਤੁਸੀਂ ਜੰਗ ਦੀ ਨੀਤੀ ਨੂੰ ਨਹੀਂ ਵਿਚਾਰਨਾ ਤੇ ਫਿਰ ਤੁਸੀਂ ਘੋੜੇ ਤੇ ਹੋ ਤੇ ਮੈਂ ਪੈਦਲ ਆ, ਤੁਸੀਂ ਮੈਨੂੰ ਸੌਖਾ ਮਾਰ ਸਕਦੇ ਹੋ। ਤੇ ਮਹਾਰਾਜ ਤਾਂ ਇਦਾਂ ਕਦੀ ਵੀ ਨਹੀਂ ਕਰਦੇ। ਮਹਾਰਾਜ ਤਾਂ ਜੰਗ ਦੀ ਨੀਤੀ ਤੋਂ ਵੀ ਵੱਧ ਹੋ ਕੇ ਅਗਲੇ ਨੂੰ ਮੌਕਾ ਦਿੰਦੇ ਆ ਵੀ ਇਹ ਕਿਸੇ ਤਰੀਕੇ ਨਾਲ ਬਚ ਹੀ ਜਾਵੇ। ਆਖੋ ਵਾਹਿਗੁਰੂ। ਹਾਂਜੀ, ਜਥਾ ਪ੍ਰਥਮ ਭਾ ਤੀਰਨ ਸੰਗ। ਤਥਾ ਖੜਗ ਕੋ ਚਲੀ ਹੈ ਜੰਗ। ਕਹਿੰਦਾ ਜਿਵੇਂ ਤੀਰਾਂ ਨਾਲ ਜੰਗ ਕੀਤਾ ਤੁਸੀਂ ਮੇਰੇ ਘੋੜੇ ਨੂੰ ਮਾਰ ਦਿੱਤਾ। 2 ਤੀਰ ਇਹਨੇ ਚਲਾਏ ਆ, 1 ਮਹਾਰਾਜ ਨੇ ਚਲਾਇਆ ਜੀ। ਕਹਿੰਦਾ ਇਸੇ ਤਰ੍ਹਾਂ ਹੁਣ ਖੜਗ ਨਾਲ ਵੀ ਜੰਗ ਕਰੀਏ, ਤਲਵਾਰ ਨਾਲ ਵੀ ਜੰਗ ਕਰੀਏ। ਹੋਏ ਬਰਾਬਰ ਹੇਰੋ ਵਾਰ। ਬਰਾਬਰ ਹੋ ਕੇ ਮੇਰਾ ਵਾਰ ਵੇਖੋ ਨਾ। ਹਾਂਜੀ, ਆਪਣੋ ਕੀਜੈ ਬਲ ਸੰਭਾਰ। ਆਪਣਾ ਬਲ ਸੰਭਾਲੋ, ਮੇਰਾ ਬਲ ਵੇਖੋ, ਪਰ ਬਰਾਬਰ ਹੋ ਕੇ। ਸੁਨ ਸਤਿਗੁਰ ਕਾਲੇ ਖਾਂ ਬੈਨ। ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਕਾਲੇ ਖਾਂ ਦੀਆਂ ਗੱਲਾਂ ਸੁਣੀਆਂ, ਤਜਿਓ ਤੁਰੰਗ ਜਿਨਹੋਂ ਕੁਛ ਭੈ ਨਾ। ਜਿਨ੍ਹਾਂ ਨੂੰ ਕਿਸੇ ਦਾ ਭੈ ਨਹੀਂ ਹੈ, ਜਿਨ੍ਹਾਂ ਦੇ ਚਰਨਾਂ ਤੋਂ ਤ੍ਰਿਲੋਕੀ ਵੀ ਕੰਬਦੀ ਹੈ, ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਘੋੜਾ ਛੱਡਿਆ, ਮਹਾਰਾਜ ਆਪ ਧਰਤੀ ਤੇ ਹੋ ਗਏ। ਕਹਿਓ ਤੋਹੇ ਚਿਤ ਹੌਂਸ ਨਾ ਰਹੈ। ਮਹਾਰਾਜ ਕਹਿੰਦੇ ਕਾਲੇ ਖਾਂ ਤੇਰੇ ਮਨ ਵਿੱਚ ਕੋਈ ਖਾਹਿਸ਼ ਅਧੂਰੀ ਨਾ ਰਹਿ ਜਾਵੇ। ਪੈਂਦੇ ਖਾਂ ਨੂੰ ਵੀ ਮਹਾਰਾਜ ਨੇ ਕੱਲ ਕਿਹਾ ਸੀ ਵੀ ਕਰ ਲੈ ਵਾਰ ਜਿੰਨੇ ਕਰਨੇ, ਤੇਰੀ ਕਿਤੇ ਕੋਈ ਇੱਛਾ ਅਧੂਰੀ ਨਾ ਰਹਿ ਜੇ। ਮਹਾਰਾਜ ਕਾਲੇ ਖਾਂ ਨੂੰ ਵੀ ਕਹਿੰਦੇ ਕਰ ਲੈ ਵਾਰ, ਤੇਰੀ ਕੋਈ ਇੱਛਾ ਅਧੂਰੀ ਨਾ ਰਹਿ ਜਾਵੇ। ਲਰਹਿ ਤਥਾ ਜਿਮ ਅਬ ਤੂੰ ਚਾਹੈ। ਉਸੇ ਤਰ੍ਹਾਂ ਹੀ ਲੜਾਂਗੇ ਜਿਵੇਂ ਤੂੰ ਚਾਹੁੰਦਾ ਹੈ, ਜਿਵੇਂ ਤੇਰੀ ਇੱਛਾ ਹੈ ਨਾ, ਤੇਰੀ ਇੱਛਾ ਅਨੁਸਾਰ ਹੀ ਤੇਰੇ ਨਾਲ ਲੜਾਂਗੇ। ਖੜਗ ਸਿਪਰ ਦੋਨੋਂ ਕਰ ਧਾਰੀ। ਤੇ ਮਹਾਰਾਜ ਗਰੀਬ ਨਵਾਜ ਜੀ ਨੇ ਇੱਕ ਹੱਥ 'ਚ ਢਾਲ, ਦੂਜੇ ਹੱਥ ਵਿੱਚ ਖੜਗ ਧਾਰਨ ਕਰ ਲਈ। ਉਹਨੇ ਵੀ ਇਸੇ ਤਰ੍ਹਾਂ ਇੱਕ ਹੱਥ 'ਚ ਢਾਲ, ਦੂਜੇ ਹੱਥ ਵਿੱਚ ਖੜਗ ਧਾਰਨ ਕੀਤੀ। ਭਏ ਸਮੁਖ ਦੋਨੋਂ ਭੱਟ ਭਾਰੀ। ਦੋਵੇਂ ਯੋਧੇ ਨੇ, ਸੂਰਮੇ ਨੇ, ਇੱਕ ਦੂਜੇ ਦੇ ਸਾਹਮਣੇ ਖਲੋ ਗਏ। ਦ્વੈ ਦਲ ਕੇ ਦੋਨੋਂ ਸਰਦਾਰ। ਤੇ ਦੋਵੇਂ ਸਰਦਾਰ ਵੀ ਨੇ। ਇਧਰ ਗਰੀਬ ਨਵਾਜ ਫੌਜਾਂ ਦੇ ਮਾਲਕ ਨੇ, ਉਧਰ ਤੁਰਕਾਂ ਦੀ ਫੌਜ ਦਾ ਕਾਲੇ ਖਾਂ ਮਾਲਕ ਸਰਦਾਰ ਹੈ। ਦੋਨੋਂ ਕੈ ਉਤਸ਼ਾਹ ਉਦਾਰ। ਭਾਈ ਸੰਤੋਖ ਸਿੰਘ ਜੀ ਕਹਿੰਦੇ ਦੋਵਾਂ ਦੇ ਅੰਦਰ ਉਤਸ਼ਾਹ ਵੀ ਪੂਰਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ ਵਿੱਚ ਵੀ ਉਤਸ਼ਾਹ ਹੈ ਤੇ ਕਾਲੇ ਖਾਂ ਦੇ ਅੰਦਰ ਵੀ ਬੜਾ ਉਤਸ਼ਾਹ ਹੈ। ਦੋਨੋਂ ਵੀਰ ਵੀਰ ਰਸ ਢਰੇ। ਦੋਵੇਂ ਸੂਰਬੀਰ ਨੇ ਤੇ ਵੀਰ ਰਸ ਵਿੱਚ ਢਲੇ ਹੋਏ ਨੇ ਪੂਰੇ ਜੀ। ਦੋਵਾਂ ਦੇ ਰੋਮ ਰੋਮ ਵਿੱਚ ਉਸ ਸਮੇਂ ਵੀਰ ਰਸ ਹੈ। ਦੋਨੋਂ ਦਾਵ ਜੰਗ ਕੋ ਕਰੇ। ਵਾਹ ਵਾਹ। ਦੋਵੇਂ ਫਿਰ ਜੰਗ ਦੇ ਦਾ ਪੇਚ ਵੀ ਜਾਣਦੇ ਆ। ਦੋਵਾਂ ਨੂੰ ਪਤਾ ਵੀ ਹੈ ਵੀ ਬਚਾਅ ਕਿਵੇਂ ਕਰਨਾ ਤੇ ਵਾਰ ਕਿਵੇਂ ਕਰਨਾ ਹੈ। ਦੋਨੋਂ ਕੇ ਆਨਨ ਪਰ ਲਾਲੀ। ਕਹਿੰਦੇ ਦੋਵਾਂ ਦੇ ਮੁਖੜਿਆਂ ਤੇ ਲਾਲੀ ਹੈਗੀ ਹੈ। ਆਖੋ ਵਾਹਿਗੁਰੂ। ਦੋਵਾਂ ਦੇ ਮੁਖ ਤੇ ਪੂਰੀ ਲਾਲੀ ਹੈ। ਦੋਨੋਂ ਵਿਦਿਆਵਾਨ ਵਿਸਾਲੀ। ਤੇ ਵਿਦਿਆ ਵਿੱਚ ਦੋਵੇਂ ਹੀ ਬੜੇ ਵੱਡੇ ਨੇ, ਬੜੇ ਮਾਹਰ ਨੇ, ਤੀਰ ਚਲਾਉਣ ਵਿੱਚ ਵੀ ਤੇ ਸਾਧ ਸੰਗਤ ਦੀ ਤਲਵਾਰ ਚਲਾਉਣ ਵਿੱਚ ਵੀ। ਦੋਨੋਂ ਜੀਤਨ ਕੇ ਅਭਿਲਾਖੀ। ਤੇ ਦੋਵਾਂ ਦੀ ਇੱਛਾ ਹੈ ਵੀ ਜਿੱਤ ਗਏ, ਸਾਡੀ ਜਿੱਤ ਹੋਵੇ। ਦੋਨੋਂ ਕੋ ਦਲ ਦੇਖਤ ਆਂਖੀ। ਤੇ ਦੋਵਾਂ ਯੋਧਿਆਂ ਨੂੰ ਉਹਨਾਂ ਦੀਆਂ ਫੌਜਾਂ ਅੱਖਾਂ ਨਾਲ ਵੇਖਣ ਦਈਆਂ।
ਵੀ ਇਹਨਾਂ ਦੇ ਵਾਰ ਉੱਤੇ ਜਿੱਤ ਹਾਰ ਦਾ ਫੈਸਲਾ ਹੋ ਜਾਵੇਗਾ। ਦੋਨੋਂ ਇਤ ਉਤ ਵਿਚਰਨ ਲਾਗੇ। ਉਧਰ ਮਹਾਰਾਜ ਨੇ ਢਾਲਾ ਪਕੜਿਆ, ਕਰਾ ਚੌਲ ਹੈ। ਕਰਾ ਚੌਲ ਹੁੰਦੀ ਹੈ 4 ਉਂਗਲਾਂ ਚੌੜਾ ਜਿਹਦਾ ਫਲ ਹੋਵੇ ਨਾ ਤਲਵਾਰ ਦਾ, ਉਹਨੂੰ ਕਰਾ ਚੌਲ ਕਹਿੰਦੇ ਆ। ਅੱਜ ਵੀ ਤਖਤ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਉਹ ਕਰਾ ਚੌਲ ਖੜਗ ਵੱਡੀ ਸੁਭਾਏਮਾਨ ਹੈ, ਜਿਹਦੇ ਨਾਲ ਕਾਲੇ ਖਾਂ ਨੂੰ ਵੱਢਿਆ ਸੀ ਸੱਚੇ ਪਾਤਸ਼ਾਹ ਜੀ ਨੇ। ਦਰਸ਼ਨ ਕਰਾਉਂਦੇ ਆ ਦਾਸ ਨੂੰ ਤਾਂ ਗਿਆਨੀ ਚਰਨਜੀਤ ਸਿੰਘ ਹੋਣਾ ਨੇ ਬਹੁਤ ਨੇੜੇ ਤਖਤ ਸਾਹਿਬ ਦੇ ਅੰਦਰ ਜਿੱਥੇ ਸ਼ਸਤਰ ਸੁਭਾਏਮਾਨ ਨੇ ਨਾ, ਉੱਥੇ ਲਿਜਾ ਕੇ ਦਰਸ਼ਨ ਕਰਾਏ ਤੇ ਇੱਕ ਵਾਰੀ ਆਪਣੇ ਹੱਥਾਂ ਨਾਲ ਸਪਰਸ਼ ਕਰਨ ਦਾ ਵੀ ਮੌਕਾ ਮਿਲਿਆ ਉਹਨਾਂ ਸ਼ਸਤਰਾਂ ਨੂੰ ਜੀ। ਮਹਾਰਾਜ ਨੇ ਕਿਰਪਾ ਕੀਤੀ, ਸੱਚੇ ਪਾਤਸ਼ਾਹ ਇੱਕ ਹੱਥ 'ਚ ਉਹ ਕਰਾ ਚੌਲ ਪਕੜੀ ਹੈ, ਇੱਕ ਹੱਥ 'ਚ ਢਾਲ ਹੈ। ਉਹਨੇ ਵੀ ਇਸ ਤਰ੍ਹਾਂ ਤੇ ਦਾਲ ਆ ਰਹੇ ਇੱਧਰ ਉੱਧਰ ਹੋ ਰਹੇ ਹਨ। ਦੋਨੋਂ ਬਾਮ ਦਾਏ ਹੋਏ ਆਗੇ। ਕਦੀ ਸੱਜੇ ਅੱਗੇ ਹੁੰਦੇ ਤੇ ਕਦੀ ਖੱਬੇ ਹੁੰਦੇ। ਇੱਕਦਮ ਨਹੀਂ ਨਾ ਇੰਜ ਵਾਰ ਕਰਨਾ, ਵੇਖਣਾ ਵੀ ਉਹਦਾ ਵਾਰ ਜਿਵੇਂ ਆ ਰਿਹਾ ਉਹਨੂੰ ਬਚਾਉਣਾ ਵੀ ਹੈ, ਆਪਣੇ ਆਪ ਨੂੰ ਵੀ ਬਚਾਉਣਾ ਹੈ। ਹਾਂਜੀ, ਦੋਨੋਂ ਪੱਟੇਬਾਜ਼ ਕੀ ਵਿਦਿਆ। ਦੋਵਾਂ ਨੂੰ ਗੱਤਕੇਬਾਜ਼ੀ ਦੀ ਵਿਦਿਆ ਚੰਗੀ ਤਰ੍ਹਾਂ ਆਉਂਦੀ। ਜੇ ਕੋਈ ਗੱਤਕੇਬਾਜ਼ ਬੰਦਾ ਕਥਾ ਸੁਣਦਾ ਹੋਵੇ ਉਹਨੂੰ ਸਾਰਾ ਵਿਦਿਆ ਦਾ ਉਸੇ ਵੇਲੇ ਪਤਾ ਲੱਗ ਜਾਣਾ। ਹਾਂਜੀ, ਕਰ ਕਰ ਰੋਕ ਦੋਨੋਂ ਚਾਹਤ ਛਿਦਿਆ। ਵਾਰ ਕਰਕੇ ਰੋਕਣਾ ਫਿਰ ਵਾਰ ਨੂੰ ਕੱਟਣਾ, ਇਹ ਦੋਵਾਂ ਨੂੰ ਚੰਗੀ ਤਰ੍ਹਾਂ ਆਉਂਦਾ ਹੈ। ਦੋਨੋਂ ਚਰਨ ਚਲਾਕੀ ਕਰੈ, ਵਾਰ ਰੋਕ ਦੋਨੋਂ ਟਿਗ ਅਰੈ। ਤੇ ਦੋਵਾਂ ਦੇ ਚਰਨ ਜਿਹੜੇ ਆ ਨਾ ਉਹ ਹਰਕਤ ਵਿੱਚ ਹਨ। ਮਹਾਰਾਜ ਦੇ ਵੀ ਚਰਨ ਹਿੱਲ ਰਹੇ ਆ, ਉਹਦੇ ਪੈਰ ਵੀ ਹਿੱਲਦੇ ਆ, ਇੱਕ ਦੂਜੇ ਦੇ ਵਾਰ ਨੂੰ ਰੋਕਣਾ ਚਾਹੁੰਦੇ ਹਨ। ਸਿਪਰ ਸਿਪਰ ਸੋ ਦੋਨੋਂ ਭੇਰ, ਕਰ ਦੋਨੋਂ ਚਮਕਤ ਸ਼ਮਸ਼ੇਰ। ਕਹਿੰਦੇ ਦੋਵੇਂ ਢਾਲ ਨਾਲ ਢਾਲ ਭੇੜ ਕੇ ਆਪਣੇ ਹੱਥਾਂ ਵਿੱਚ ਤਲਵਾਰਾਂ ਲੈ ਕੇ ਚਮਕਾਉਂਦੇ ਹਨ। ਜੁਟੇ ਵੀਰ ਦੋਨੋਂ ਸ਼ਮਸ਼ੇਰ। ਕਹਿੰਦੇ ਦੋਵੇਂ ਸੂਰਬੀਰ ਇੱਕ ਦੂਜੇ ਦੇ ਸਾਹਮਣੇ ਜੁਟੇ ਹੋਏ ਹਨ, ਐਨ ਖਲੋਤੇ ਆ ਜਿਵੇਂ ਸ਼ੇਰ ਨਾਲ ਸ਼ੇਰ ਦੀ ਜੰਗ ਹੋਣ ਲੱਗੀ ਹੈ। ਆਖੋ ਵਾਹਿਗੁਰੂ। ਇਹਦਾ ਮਤਲਬ ਕਾਲੇ ਖਾਂ ਦੀ ਕੋਈ ਵਿਦਿਆ ਚੰਗੀ ਹੈ, ਕੋਈ ਇਹਦੇ ਕਰਮ ਇਹੋ ਜਿਹੇ ਹੈਗੇ ਆ ਕਿ ਜੰਗ ਦੀ ਬਹਾਦਰੀ ਦਾ ਜਿਹੜਾ ਇਹਦਾ ਕਿੱਸਾ ਚੱਲਦਾ ਹੈ ਅਖੀਰ ਤੱਕ ਅੱਜ ਤੱਕ, ਉਹ ਸਤਿਗੁਰੂ ਜੀ ਦੇ ਬਰਾਬਰ ਚੱਲਦਾ ਜੀ। ਹਾਂਜੀ, ਜਨ ਦੋਨੋਂ ਬਲ ਬ੍ਰਿਖ ਬਡੇਰ। ਕਹਿਣ ਲੱਗੇ ਐ ਦੋਵੇਂ ਬੜੇ ਵੱਡੇ ਸਰੀਰਾਂ ਵਾਲੇ ਬਲ ਵਾਲੇ ਹਨ। ਸਿੰਘ ਖੜਗ ਤੇ ਦੋਨੋਂ ਅਰੇ, ਮਾਨੋ ਮਸਤ ਦਵੈ ਕੁੰਜਰ ਫਿਰੇ। ਹਾਂਜੀ, ਪੁੰਜ ਦੰਡਨ ਹੈ ਸੁੰਢਾ ਜਿਨਕੇ, ਤੀਸ਼ਨ ਦਸਤ ਅਸਨ ਬੜ ਜਿਨਕੇ। ਸੋ ਭਾਈ ਸੰਤੋਖ ਸਿੰਘ ਜੀ ਹਾਥੀਆਂ ਦਾ ਵੀ ਪ੍ਰਮਾਣ ਦਿੰਦੇ ਆ। ਹਾਂਜੀ, ਕਾਲੇ ਖਾਂ ਉਛਰਿਓ ਬਲ ਧਾਰੇ। ਹੁਣ ਕਾਲੇ ਖਾਂ ਬਲ ਲਾ ਕੇ ਉਛਲਦਾ ਜੀ। ਹਾਂਜੀ, ਖੜਗ ਉਬਾਰ ਗੁਰੂ ਲਲਕਾਰੇ। ਤੇ ਤਲਵਾਰ ਨੂੰ ਚੁੱਕ ਕੇ ਮਹਾਰਾਜ ਨੂੰ ਲਲਕਾਰਦਾ ਹੈ ਵੀ ਮੇਰੇ ਵਾਰ ਤੋਂ ਬਚੋ। ਰਹੋ ਠੰਡ ਹੋ ਮਾਰਿਓ ਅਬ ਜਾਨ। ਤੇ ਇਹ ਪਹਿਲਾਂ ਵੀ ਕਹਿੰਦਾ ਸੀ ਵੀ ਆ ਤੀਰ ਚੱਲਣਾ ਤੇ ਤੁਸੀਂ ਖਤਮ ਹੋਣਾ ਹੈ। ਹੁਣ ਫਿਰ ਮਹਾਰਾਜ ਨੂੰ ਕਹਿੰਦਾ ਸਾਹਮਣੇ ਖਲੋ ਜੋ, ਬਸ ਤੁਹਾਨੂੰ ਹੁਣੇ ਹੀ ਮਾਰ ਦੇਣਾ ਹੈ। ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਨਹਿ ਜਹ ਅਬ ਲੈ ਕਰ ਪ੍ਰਾਨ। ਕਹਿੰਦਾ ਹੁਣ ਵਾਪਸ ਤੁਹਾਡੇ ਪ੍ਰਾਣ ਲੈ ਕੇ ਜਾਵਾਂਗਾ। ਕਾਲੇ ਖਾਂ ਇਸ ਤਰੀਕੇ ਨਾਲ ਵੰਗਾਰਦਾ ਹੈ। ਸਤਿਗੁਰ ਅਧਿਕ ਸ਼ੀਘਰਤਾ ਧਾਰੀ। ਗਰੀਬ ਨਵਾਜ ਮਹਾਰਾਜ ਵੀ ਵਾਧੂ ਉਸੇ ਵੇਲੇ ਹੀ ਸ਼ੀਘਰਤਾ ਧਾਰਨ ਕਰਦੇ ਹਨ। ਕਰਤ ਚਲਾਕੀ ਸਿਪਰ ਅਗਾਰੀ। ਮਹਾਰਾਜ ਗਰੀਬ ਨਵਾਜ ਢਾਲ ਅੱਗੇ ਕੀਤੀ ਹੈ ਉਹਦਾ ਵਾਰ ਰੋਕਣ ਵਾਸਤੇ। ਰੋਕ ਵਾਰ ਨਿਜ ਖੜਗ ਪ੍ਰਹਾਰਾ, ਕਾਲੇ ਖਾਨ ਤਬੈ ਬਲ ਧਾਰਾ। ਕਾਲੇ ਖਾਂ ਨੇ ਬਹੁਤਾ ਬਲ ਲਾ ਕੇ ਜਦੋਂ ਮਹਾਰਾਜ ਤੇ ਤਲਵਾਰ ਚਲਾਈ ਤੇ ਸਤਿਗੁਰਾਂ ਨੇ ਢਾਲ ਕਰਕੇ ਉਹਦਾ ਵਾਰ ਰੋਕ ਲਿੱਤਾ ਜੀ। ਹਾਂਜੀ, ਲਿਓ ਖੜਗ ਪਰ ਖੜਗ ਜੋ ਮਾਰਾ, ਨਿਕਸਤ ਭਈ ਬ੍ਰਿੰਦ ਚੰਗਿਆਰਾ। ਦੂਜਾ ਵਾਰ ਜਦੋਂ ਉਹ ਕਰਦਾ ਤੇ ਤਲਵਾਰ ਵੱਜੀ, ਖੜਗ ਤੇ ਖੜਗ ਵੱਜੀ। ਜਦੋਂ ਬਹੁਤ ਤੇਜ਼ੀ ਨਾਲ ਜ਼ੋਰ ਦੀ ਵੱਜੀਆਂ ਨਾ, ਉਹਨਾਂ ਵਿੱਚੋਂ ਚਿੰਗਿਆੜੀਆਂ ਨਿਕਲੀਆਂ ਜੀ। ਹਾਂਜੀ, ਮਾਨੋ ਚਮਕਤ ਰੈਨ ਟਟਾਨੇ। ਐ ਮਾਨੋ ਜਿਵੇਂ ਰਾਤ ਨੂੰ ਜੁਗਨੂ ਚਮਕਦੇ ਆ ਨਾ, ਇਸ ਤਰ੍ਹਾਂ ਦਾ ਸਾਧ ਸੰਗਤ ਜੀ ਉਹਨਾਂ ਵਿੱਚੋਂ ਚੰਗਿਆੜੀਆਂ ਨਿਕਲੀਆਂ। ਟੁੱਟੇ ਨਾ ਦੋਨੋਂ ਬਚੇ ਮਹਾਨੇ। ਪਰ ਦੋਵਾਂ ਦੇ ਸ਼ਸਤਰ ਟੁੱਟੇ ਨਹੀਂ,
ਦੋਵਾਂ ਦੇ ਸ਼ਸਤਰ ਬਚ ਗਏ। ਗਇਓ ਫਰਕ ਕਰ ਕਾਲੇ ਖਾਨ, ਕਾਲੇ ਖਾਂ ਫਿਰ ਬਿੱਥ ਕਰਕੇ ਥੋੜਾ ਦੂਰ ਹੋ ਗਿਆ। ਭਇਓ ਨਿਫਲ ਦ્વੈ ਵਾਰ ਕਿਰਪਾਨ, 2 ਵਾਰ ਕਿਰਪਾਨ ਦਾ ਵਾਰ ਕੀਤਾ। ਇੱਕ ਵਾਰੀ ਮਹਾਰਾਜ ਨੇ ਢਾਲ ਤੇ ਰੋਕਿਆ, ਇੱਕ ਵਾਰੀ ਤਲਵਾਰ ਦਾ ਵਾਰ ਤਲਵਾਰ ਨਾਲ ਰੋਕਿਆ। ਦੋਵੇਂ ਵਾਰ ਕਾਲੇ ਖਾਂ ਦੇ ਨਿਸ਼ਫਲ ਹੋ ਗਏ। ਕਹਿੰਦਾ ਕਹਾਉਂਦਾ ਸੂਰਮਾ ਤੇ ਵਾਰ ਕੀਤੇ ਤੇ ਗੱਲ ਬਣੀ ਕੋਈ ਨਾ। ਹਾਂਜੀ, ਥਕਤ ਨਾ ਦੋਨੋਂ ਜੋਧਾ ਭਾਰੀ। ਹੁਣ ਇੱਕ ਦੂਜੇ ਵੱਲ ਚਰਨ ਕਰਦੇ ਆ, ਉਹ ਪੈਰ ਕਰਦਾ ਪਰ ਥੱਕਦੇ ਨਹੀਂ ਹਨ। ਪੁਨ ਅਭਿਲਾਕਤ ਕਰਨ ਪ੍ਰਹਾਰੀ, ਫਿਰ ਅਭਿਲਾਸ਼ਾ ਕਰਦੇ ਆ ਵੀ ਵਾਰ ਕਰੀਏ, ਮਾਰੀਏ, ਸ਼ਸਤਰ ਚਲਾਈਏ। ਲਾਏ ਘਾਤ ਪੁਨ ਢੂਕਿਓ ਨੇਰ, ਦੋਨੋਂ ਕੀਨ ਭੀਮ ਭੱਟ ਭੇਰ। ਥੋੜਾ ਦੂਰ ਹੋ ਗਿਆ ਸੀ ਨਾ ਕਾਲੇ ਖਾਂ, ਫਿਰ ਕਾਲੇ ਖਾਂ ਦਲੇਰੀ ਕਰਕੇ ਮਹਾਰਾਜ ਜੀ ਦੇ ਨੇੜੇ ਹੋਇਆ। ਸੱਚ ਤੇ ਹੈ ਵੀ ਕਾਲੇ ਖਾਂ ਨੂੰ ਵੀ ਡਰ ਲੱਗਦਾ ਹੈ। ਆਖੋ ਵਾਹਿਗੁਰੂ। ਫਿਰ ਨੇੜੇ ਹੋਇਆ ਤੇ ਫਿਰ ਮੁਕਾਬਲਾ ਦੁਬਾਰਾ ਸ਼ੁਰੂ ਹੋਇਆ। ਅੰਤਹਿਪੁਰ ਹੇਰਤ ਹੈ ਸਾਰਾ, ਅੰਦਰ ਸਾਰਾ ਬੀਬੀਆਂ ਜਿਹੜੀਆਂ ਉੱਚੀਆਂ ਅਟਾਰੀਆਂ ਤੇ ਖਲੋ ਕੇ ਵੇਖਦੀਆਂ ਹਨ। ਤਰਾਸ ਤੁਰਕ ਬ੍ਰਿੰਦਨ ਤੇ ਧਾਰਾ, ਤੇ ਕਿਉਂਕਿ ਸੁਭਾਅ ਹੁੰਦਾ ਹੈ, ਉਹ ਫਿਰ ਤੁਰਕਾਂ ਤੋਂ ਥੋੜਾ ਜਿਹਾ ਤਰਾਸ ਵੀ ਰੱਖ ਰਹੀਆਂ ਨੇ। ਹਾਂਜੀ, ਗੁਰੂ ਵੀਰ ਅਰ ਤੁਰਕ ਜੇ ਬਾਚੇ, ਰਣ ਹੇਰਤ ਸੰਸੈ ਚਿਤਰਾਚੇ। ਸਾਰੇ ਚਾਹੁੰਦੇ ਵੀ ਮਹਾਰਾਜ ਵੀ ਬਚਣ ਤੇ ਗੁਰੂ ਦੀਆਂ ਫੌਜਾਂ ਵੀ ਬਚ ਜਾਣ। ਅਰਿਓ ਤੁਰਕ ਨਹਿ ਮਾਰਿਓ ਗਇਓ, ਘਾਤ ਖੜਗ ਕੋ ਫਿਰ ਫਰਕਿਓ। ਹੁਣ ਸਾਰੇ ਉੱਤੇ ਖਲੋਤੇ ਵੇਖਦੇ ਆਸੇ ਪਾਸੇ ਕਿ 2 ਵਾਰੀ ਇਹਨੇ ਵਾਰ ਕੀਤਾ ਤੇ ਵਿਅਰਥ ਹੋ ਗਿਆ, ਤੇ ਮਹਾਰਾਜ ਵੀ ਇਹਨੂੰ ਵਾਰ ਕਰਕੇ ਮਾਰਨ ਨਹੀਂ ਡਏ ਅਜੇ ਤੱਕ। ਵਿਧੀ ਚੰਦ ਆਦਿਕ ਬੜ ਜੋਧਾ, ਬਾਬਾ ਵਿਧੀ ਚੰਦ ਜੀ ਹੋਰ ਜਿਹੜੇ ਵੱਡੇ ਵੱਡੇ ਯੋਧੇ ਹਨ, ਪਿਖੈ ਤੁਰਕ ਉਰ ਵੱਡ ਹੈ ਕ੍ਰੋਧਾ। ਉਹ ਉਸ ਤੁਰਕ ਨੂੰ ਵੇਖਦੇ ਤਾਂ ਉਹਨਾਂ ਦਾ ਗੁੱਸਾ ਵੱਧਦਾ ਵੀ ਸਾਨੂੰ ਕੰਮ ਕਰਨ ਤੇ ਨਹੀਂ ਧੌਣ ਵੱਢੀਏ, ਮਹਾਰਾਜ ਸਾਨੂੰ ਕੰਮ ਕਰਨ। ਸਭ ਕੇ ਮਨ ਕੀ ਸਤਿਗੁਰ ਜਾਨੀ, ਮਹਾਰਾਜ ਇਹਦਾ ਕਿਉਂ ਨਹੀਂ ਉਧਾਰ ਕਰਦੇ, ਕਿਉਂ ਨਹੀਂ ਇਹਨੂੰ ਮਾਰਦੇ? ਉਹ ਫੁਰਨਾ ਬਣਾ ਰਹੇ ਆ। ਗੁਰੂ ਹਰਗੋਬਿੰਦ ਸਾਹਿਬ ਭਾਵੇਂ ਜੰਗ 'ਚ ਖਲੋਤੇ ਆ, ਕਾਲੇ ਖਾਂ ਦੇ ਸਾਹਮਣੇ ਖਲੋ ਕੇ ਮੁਕਾਬਲਾ ਕਰ ਰਹੇ ਆ, ਪਰ ਚੇਤਾ ਰੱਖਿਓ ਅੰਤਰਯਾਮਤਾ ਪੂਰੀ ਹੈ। ਉੱਥੇ ਉਹ ਸਾਰਾ ਕੁਝ ਕਰਦਿਆਂ ਵੀ ਉਹਨਾਂ ਦੇ ਮਨਾਂ ਦੀਆਂ ਗੱਲਾਂ ਜਾਣ ਲਈਆਂ ਮਹਾਰਾਜ ਨੇ। ਚਾਹਤ ਭਏ ਕਰਨ ਰਿਪਹਾਨੀ, ਹੁਣ ਮਹਾਰਾਜ ਨੇ ਫਿਰ ਫੁਰਨਾ ਬਣਾਇਆ ਵੀ ਖੇਡ ਮਕਾਈਏ, ਇਹਨੂੰ ਮਾਰ ਦਈਏ। ਆਏ ਪਰਿਓ ਕਰ ਖੜਗ ਪ੍ਰਹਾਰ, ਤੇ ਕਾਲੇ ਖਾਂ ਨੇ ਬੜਾ ਸਾਧ ਸੰਗਤ ਦੀ ਬਲ ਧਾਰਨ ਕਰਕੇ ਤਲਵਾਰ ਦਾ ਵਾਰ ਕੀਤਾ। ਦੁਬਾਰਾ ਤੀਜੀ ਵਰੇ ਕਾਲੇ ਖਾਨ ਮਹਾ ਬਲ ਧਾਰ, ਬੜਾ ਬਲ ਧਾਰਨ ਕਰਕੇ ਕਾਲੇ ਖਾਂ ਨੇ ਫਿਰ ਵਾਰ ਕੀਤਾ। ਸ਼੍ਰੀ ਹਰਗੋਬਿੰਦ ਢਾਲ ਸੰਭਾਲ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਉਸੇ ਵੇਲੇ ਢਾਲਾ ਅੱਗੇ ਕੀਤਾ। ਰੋਕ ਵਾਰ ਕੋ ਮਾਰੀ ਭਾਲ, ਤੇ ਸਾਧ ਸੰਗਤ ਜੀ ਰੋਕ ਕੇ ਨਾ ਵਾਰ ਰੋਕ ਕੇ ਤੇ ਬੜੀ ਫੁਰਤੀ ਦੇ ਨਾਲ ਉਹਦੇ ਮੱਥੇ ਤੇ ਢਾਲ ਮਾਰੀ। ਬਲ ਤੇ ਹਨੀ ਗਿਰਨ ਲੱਗ ਪਾਛੇ, ਜਦੋਂ ਬੜੇ ਜ਼ੋਰ ਨਾਲ ਮਾਰੀ ਤੇ ਕਾਲੇ ਖਾਂ ਪਿਛਾਂ ਨੂੰ ਡਿੱਗਣ ਲੱਗਾ। ਕਰਾ ਚੌਲ ਬਾਹਿਓ ਤਬ ਪਾਛੇ, ਉਹ ਜਦੋਂ ਪਿੱਛੇ ਨੂੰ ਡਿੱਗਣ ਲੱਗਾ ਨਾ, ਧੰਨ ਗੁਰੂ ਹਰਗੋਬਿੰਦ ਸਾਹਿਬ ਫਿਰ ਪਹਿਲਾ ਹੀ ਵਾਰ ਕਰਨਾ ਇਹਦੇ ਤੇ। ਆਖੋ ਵਾਹਿਗੁਰੂ। ਮਹਾਰਾਜ ਗਰੀਬ ਨਵਾਜ ਉਸੇ ਵੇਲੇ ਸਤਿਗੁਰੂ ਜੀ ਨੇ ਕਰਾ ਚੌਲ ਚਲਾਏ। ਬਿਹਬਲ ਤੇ ਨ ਬਚਾਇਓ ਗਇਓ, ਇਹ ਇੰਨਾ ਕੁ ਬੇਬਲ ਹੋਇਆ ਗਰੀਬ ਨਵਾਜ ਨੇ ਇਹਦੇ ਸਿਰ ਤੋਂ ਸ਼ੁਰੂ ਕੀਤੀ ਫਿਰ ਤਲਵਾਰ ਚਲਾਉਣੀ। ਲੱਗਿਓ ਸੀਸ ਚੀਰਤ ਬਪ ਭਇਓ, ਤਲਵਾਰ ਸਿਰ ਤੋਂ ਚਲਾਉਣੀ ਸ਼ੁਰੂ ਕੀਤੀ। ਮਹਾਰਾਜ ਗਰੀਬ ਨਵਾਜ ਜੀ ਨੇ ਸਾਰਾ ਸਰੀਰ ਇੱਕ ਖਿਣ ਵਿੱਚ ਕਾਲੇ ਖਾਂ ਦਾ ਚੀਰ ਦਿੱਤਾ। ਇੱਕ ਆਂਖ ਏਕ ਹੀ ਸ਼ਰੋਨ, ਇੱਕੋ ਹੀ ਅੱਖ ਇੱਕ ਪਾਸੇ ਰਹਿ ਗਈ, ਦੂਜੀ ਅੱਖ ਇੱਕ ਪਾਸੇ ਰਹਿ ਗਈ। ਇੱਕ ਕਰ ਇੱਕ ਖੱਗ ਖੰਡ ਸੋਦਾਨ, ਇੱਕ ਕੰਨ ਉਧਰ ਰਹਿ ਗਿਆ, ਇੱਕ ਉਧਰ ਰਹਿ ਗਿਆ। ਸਾਧ ਸੰਗਤ ਜੀ ਇੱਕ ਲੱਤ ਉਧਰ ਰਹਿ ਗਈ, ਇੱਕ ਉਧਰ ਰਹਿ ਗਈ, ਇੱਕ ਹੱਥ ਉਧਰ ਰਹਿ ਗਿਆ, ਇੱਕ ਉਧਰ ਰਹਿ ਗਿਆ। ਅਰਧੋ ਅਰਧ ਸੋ ਚੀਰਨ ਕਰਤੀ, ਬਿਲਕੁਲ ਅੱਧ ਦੇ ਵਿੱਚੋਂ ਅੱਧ ਵਿਚਕਾਰ ਤੋਂ ਜਿਵੇਂ ਬੀਬੀਆਂ ਸਬਜ਼ੀਆਂ ਚੀਰਦੀਆਂ ਨੇ, ਹਜੂਰ ਮਹਾਰਾਜ ਨੇ ਕਾਲੇ ਖਾਂ ਨੂੰ ਚੀਰ ਦਿੱਤਾ। ਪੁਨ ਤਲਵਾਰ ਬਰੀ ਕੁਛ ਧਰਤੀ, ਤੇ ਫਿਰ ਤਲਵਾਰ ਰੁਕੀ ਨਹੀਂ ਮਹਾਰਾਜ ਦੇ ਹੱਥੋਂ। ਸਾਧ ਸੰਗਤ ਦੀ ਕਾਲੇ ਖਾਂ ਨੂੰ ਵਿੱਚੋਂ ਚੀਰ ਕੇ ਤਲਵਾਰ ਜਿਹੜੀ ਆ ਉਹ ਧਰਤੀ ਵਿੱਚ ਧਸ ਗਈ। ਹੋਏ ਜੁਗ ਖੰਡ ਪਰੇ ਤਰਫੰਤੇ, 2 ਹਿੱਸੇ ਹੋ ਗਏ। ਸਾਧ ਸੰਗਤ ਦੀ ਕਾਲੇ ਖਾਂ ਦੇ 2 ਹਿੱਸੇ ਹੋ ਗਏ।
ਦੋਵੇਂ ਹਿੱਸੇ ਤੜਪ ਰਹੇ ਹਨ। ਗਇਓ ਭਿਸ਼ਟ ਕੋ ਭਾਸ ਖੁਵੰਤੇ। ਪਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਗਰੀਬ ਨਵਾਜ ਮਹਾਰਾਜ ਜੀ ਦੇ ਹੱਥੋਂ ਚੱਲੀ ਹੋਈ ਤਲਵਾਰ ਇਹਦੇ ਸਾਰੇ ਸਰੀਰ ਵਿੱਚ ਫਿਰ ਗਈ ਹੈ। ਉਹਦਾ ਪ੍ਰਤਾਪ ਇਹ ਹੈ, ਇਹ ਨਰਕਾਂ ਚ ਨਹੀਂ, ਇਹ ਸਵਰਗਾਂ ਵਿੱਚ ਗਿਆ ਜੀ। ਹਾਂਜੀ। ਦੇਖਤ ਜੈ ਜੈ ਬਾਕ ਉਚਾਰਾ। ਹਾਂਜੀ। ਬੱਜਿਓ ਫਤਿਹ ਕੋ ਅਧਿਕ ਨਗਾਰਾ। ਜਦੋਂ ਵੇਖਿਆ ਵੀ ਵੱਡਾ ਸਰਦਾਰ, ਵੱਡਾ ਫੌਜਦਾਰ, ਵੱਡਾ ਜਰਨੈਲ ਕਾਲੇ ਖਾਂ ਸਤਿਗੁਰਾਂ ਨੇ ਸੰਘਾਰ ਕਰਤਾ, ਮਾਰਦਾ, ਚੀਰਿਆ ਹੋਇਆ ਪਿਆ ਹੈ, ਤੇ ਸਾਧ ਸੰਗਤ ਜੀ ਜਿਹੜਾ ਨਗਾਰੇ ਵਾਲਾ ਸਤਿਗੁਰੂ ਜੀ ਦਾ ਨਗਾਰਤੀ ਸਿੱਖ ਸੀ ਨਾ, ਉਹਨੇ ਵੇਖਿਆ ਸਾਡੀ ਜਿੱਤ ਹੋ ਗਈ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਦੇ ਜਕਾਰੇ ਲੱਗੇ ਆ, ਔਰ ਨਗਾਰਾ ਵਜਾਉਣ ਵਾਲੇ ਨੇ ਉੱਚੀ ਨਗਾਰਾ ਵਜਾਇਆ। ਬੋਲੇ ਸੋ ਨਿਹਾਲ। ਸਤਿ ਦੇਖਤ ਜੈ ਜੈ ਬਾਕ ਉਚਾਰਾ। ਸਾਰੇ ਵੇਖਦਿਆਂ ਸਾਰ ਗੁਰੂ ਹਰਗੋਬਿੰਦ ਸਾਹਿਬ ਦੀ ਜੈ ਜੈਕਾਰ ਕਰਨ ਲੱਗੇ। ਬੱਜਿਓ ਫਤਿਹ ਕੋ ਅਧਿਕ ਨਗਾਰਾ। ਫਿਰ ਫਤਿਹ ਦਾ ਨਗਾਰਾ ਅਧਿਕ ਵਜਾਇਆ। ਗੁਰਸਿੱਖ ਨੇ ਲੰਮੇ ਸਮੇਂ ਵਾਸਤੇ ਫਤਿਹ ਦਾ ਨਗਾਰਾ ਵਜਾਇਆ। ਸਤਿ ਸ੍ਰੀ ਅਕਾਲ। ਬਚੇ ਤੁਰਕ ਕੁਛ ਚੱਲੇ ਭਲਾਈ। ਕੁਝ ਤੁਰਕ ਬਚ ਗਏ ਸੀਗੇ। ਸਾਧ ਸੰਗਤ ਜੀ ਉਹ ਫਿਰ ਡਰਦਿਆਂ ਹੀ ਭੱਜ ਗਏ। ਭੂਪ ਬਿਨਾ ਕੋ ਕਰੈ ਲੜਾਈ। ਹੁਣ ਜਦੋਂ ਰਾਜਾ ਹੀ ਮਰ ਗਿਆ ਤੇ ਸੈਨਾ ਨੇ ਫਿਰ ਕਿੱਥੋਂ ਲੜਾਈ ਕਰਨੀ ਸੀ। ਤਜ ਰਣ ਖੇਤ ਨਿਕੇਤ ਸਿਧਾਰੇ। ਉਹ ਫਿਰ ਜੰਗ ਦਾ ਮੈਦਾਨ ਛੱਡ ਕੇ ਤੇ ਬਾਰ-ਬਾਰ ਨੂੰ ਭੱਜਣ ਲੱਗੇ। ਦਈ ਸਬਨ ਕੀ ਸੁਧ ਰਣ ਮਾਰੇ। ਤੇ ਸਾਰਿਆਂ ਨੂੰ ਦੱਸਣ ਕਾਲੇ ਖਾਂ ਮਾਰਿਆ ਗਿਆ, ਕਾਲੇ ਖਾਂ ਮਾਰਿਆ ਗਿਆ, ਕਾਲੇ ਖਾਂ ਮਾਰਿਆ ਗਿਆ। ਜਹ ਕਹਿ ਵਿਧਵਾ ਗਨ ਤੁਰਕਾਨੀ। ਸਿਰ ਮੁਖ ਪੀਟਤ ਦੁਖੀ ਮਹਾਨੀ। ਉਤ ਕਾਬਲ ਅਰ ਦਿੱਲੀ ਦੇਸ਼। ਚਾਕਰ ਗ੍ਰਾਮਨ ਅਗਰ ਅਸ਼ੇਸ਼। ਉਧਰ ਕਾਬਲ ਵਿੱਚ, ਦਿੱਲੀ ਦੇਸ਼ ਵਿੱਚ, ਹੋਰ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜੇ ਗੁਰੂ ਦੇ ਸਿੱਖ ਸਨ ਜਾਂ ਬਾਦਸ਼ਾਹ ਦੇ ਨੌਕਰ ਸਨ। ਸ਼ੋਕ ਬਾਸ ਕਰ ਵਿੱਚ ਤੁਰਕਾਨੇ। ਸਾਧ ਸੰਗਤ ਜੀ ਤੁਰਕਾਂ ਵਿੱਚ ਸ਼ੋਕ ਪੈ ਗਿਆ ਜੀ। ਚੌਥੀ ਹਾਰ ਹੋਈ। 1 ਲੱਖ ਦੀ ਫੌਜ ਸੀ। ਵੱਡੇ ਯੋਧੇ 5 ਸਨ, 5 ਹੀ ਮਾਰੇ ਗਏ ਹਨ। ਤੁਰਕਾਂ ਦੇ ਵਿੱਚ ਬਹੁਤ ਜ਼ਿਆਦਾ ਸ਼ੋਕ ਪੈ ਗਿਆ। ਗੁਰੂ ਵੀਰਤਾ ਜ਼ਾਹਰ ਭਾਰੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੀਰਤਾ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦਲੇਰੀ, ਮਹਾਰਾਜ ਜੀ ਦਾ ਬਲ ਸਾਰੇ ਸੰਸਾਰ ਦੇ ਵਿੱਚ ਛਾਇਆ। ਬਚਿਓ ਕੌਣ ਜੋ ਗਇਓ ਅਗਾਰੀ। ਕਹਿਣ ਲੱਗੇ ਕਿਹੜਾ ਜਿਹੜਾ ਸਾਹਮਣੇ ਹੋ ਕੇ ਅੜਿਆ ਤੋਂ ਬਚ ਗਿਆ। ਇੱਥੇ ਅੜਨ ਵਾਲਾ ਨਹੀਂ ਬਚਦਾ। ਜਹਾਂ ਕਹਾਂ ਤੁਰਕਨ ਕੇ ਓਕ। ਕੀਨ ਅਖਾਰੋ ਕੰਜਰ ਸ਼ੋਕ। ਸਾਧ ਸੰਗਤ ਜਿੱਥੇ ਜਿੱਥੇ ਤੁਰਕਾਂ ਦੇ ਘਰ ਸਨ, ਉੱਥੇ ਉੱਥੇ ਸ਼ੋਕ ਪੈ ਗਿਆ। ਉੱਥੇ ਉੱਥੇ ਸਾਧ ਸੰਗਤ ਜੀ ਰੋਣਾ ਧੋਣਾ ਪੈ ਗਿਆ। 4 ਜੰਗ ਮੈਂ ਦਿਓ ਖਪਾਈ। 4 ਜੰਗਾਂ ਹੋਈਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ। 4 ਜੰਗਾਂ ਵਿੱਚ ਮਹਾਰਾਜ ਨੇ ਤੁਰਕਾਂ ਨੂੰ ਖਪਾਇਆ ਹੀ ਹੈ। ਸਾਧ ਸੰਗਤ ਜੀ ਚੌਥਾ ਹਿੱਸਾ ਵੀ ਨਹੀਂ ਸੀ ਹੁੰਦੀ ਫੌਜ ਮਹਾਰਾਜ ਕੋਲ। ਚੌਥਾ ਹਿੱਸਾ ਵੀ ਫੌਜ ਨਹੀਂ ਸੀ ਹੁੰਦੀ, ਪਰ ਫਿਰ ਮਹਾਰਾਜ ਜਿੱਤਦੇ ਰਹੇ। ਹਾਂਜੀ। ਸੈਯਦ ਮੁਗਲ ਖਾਨ ਸਮੁਦਾਈ। ਹੁਣ 1800 ਸਿੱਖਾਂ ਨੇ ਲੱਖਾਂ ਲੱਖ ਨਾਲ ਮੁਕਾਬਲਾ ਕੀਤਾ, ਸਵਾ ਨਾ। ਤੁਸੀਂ ਅੰਦਾਜ਼ਾ ਲਾਓ ਵੀ ਚੌਥਾ ਹਿੱਸਾ ਵੀ ਨਹੀਂ ਬਣਦਾ। ਸੈਯਦ ਮੁਗਲ ਖਾਨ ਸਮੁਦਾਈ, ਭਾਵੇਂ ਕੋਈ ਸੈਯਦ ਸੀ, ਭਾਵੇਂ ਮੁਗਲ ਸੀ, ਭਾਵੇਂ ਪਠਾਨ ਸੀ, ਸਾਰੇ ਦੇ ਸਾਰੇ ਖੱਪ ਗਏ। ਅਬ ਵੀ ਪਠੈ ਸ਼ਾਹ ਜੇ ਲਸ਼ਕਰ। ਸਭ ਨਿਬੇਰੇ ਰਣ ਕੋ ਕਰ ਕਰ। ਪਰ ਹੁਣ ਸਿੱਖ ਗੱਲਾਂ ਕਰਦੇ ਖੁਸ਼ੀ ਚ ਵੀ ਜੇ ਹੁਣ ਵੀ ਉਹ ਭੇਜੇ ਨਾ ਫੌਜ ਤੇ ਮਾਰਨ ਹੁਣ ਵੀ ਹਰਾ ਦੇਣਗੇ ਫੌਜ ਨੂੰ। ਹਾਂਜੀ। ਨਹੀਂ ਚਾਕਰੀ ਜੋ ਅਬ ਕਰ ਹੈ। ਪ੍ਰਾਨ ਸਹਿਤ ਕੋ ਤੁਰਕ ਉਬਰ ਹੈ। ਹੁਣ ਤਾਂ ਉਹੀ ਤੁਰਕ ਬਚਣਗੇ ਜਿਹੜੇ ਬਾਦਸ਼ਾਹ ਦੀ ਨੌਕਰੀ ਨਹੀਂ ਕਰਨਗੇ। ਜਿਹੜੇ ਨੌਕਰੀ ਕਰਨਗੇ ਬਾਦਸ਼ਾਹ ਭੇਜੇਗਾ, ਉਹ ਮਰਨਗੇ ਹੀ। ਨਾਹੇ ਤਾਂ ਦੈ ਹੈ ਗੁਰੂ ਖਪਾਏ। ਨਹੀਂ ਤੇ ਮਹਾਰਾਜ ਤਾਂ ਖਪਾਉਣਗੇ ਹੀ ਨਾ, ਜਿਹੜੇ ਫਿਰ ਬਾਦਸ਼ਾਹ ਦੀ ਨੌਕਰੀ ਕਰਨਗੇ। ਸ਼ਾਹ ਕ੍ਰੋਧ ਕਰ ਤਹਾਂ ਪਠਾਏ। ਬਾਦਸ਼ਾਹ ਨੇ ਕ੍ਰੋਧ ਕਰਕੇ ਸਾਧ ਸੰਗਤ ਜੀ ਫਿਰ ਗੁੱਸੇ ਵਿੱਚ ਆ ਕੇ ਫੌਜਾਂ ਭੇਜੀਆਂ ਤੇ ਬੜੀ ਵਾਰੀ ਹੈ
ਪਰ ਗੱਲ ਨਹੀਂ ਸੀ ਬਣਦੀ। ਹਾਂਜੀ, ਇਸ ਤੇ ਆਦ ਅਨਿਕ ਵਿਦ ਬਾਤੀ, ਕਰਹਿ ਤੁਰਕ ਮਿਲ ਸੰਕਟ ਉਹ ਛਾਤੀ। ਤੁਰਕੀ ਆਪਸ ਵਿੱਚ ਗੱਲਾਂ ਕਰਦੇ ਵੀ ਹੁਣ ਨਹੀਂ ਬਾਦਸ਼ਾਹ ਦੀ ਨੌਕਰੀ ਕਰਨੀ, ਹੁਣ ਨਹੀਂ ਕਰਨੀ। ਬਾਦਸ਼ਾਹ ਦੀ ਨੌਕਰੀ ਕਰਕੇ ਤਾਂ ਹਾਰ ਹੀ ਹੁੰਦੀ ਹੈ। ਜਿਨ੍ਹਾਂ ਸਾਡੇ ਪਿਆਰਿਆਂ ਨੇ ਨੌਕਰੀ ਕੀਤੀ ਸਭ ਮਰੇ ਪਏ ਹਨ। ਸਤਿਗੁਰ ਕਾਲੇ ਖਾਂ ਜਬ ਹਯੋ, ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਕਾਲੇ ਖਾਂ ਨੂੰ ਮਾਰਿਆ, ਚਤੁਰ ਘਟੀ ਦਿਨ ਤਬ ਰਹਿ ਗਇਓ। ਸਾਧ ਸੰਗਤ ਜੀ ਉਦੋਂ ਦਿਨ 4 ਘੜੀਆਂ ਹੀ ਰਹਿ ਗਿਆ ਸੀ, ਸ਼ਾਮਾਂ ਪੈਣ ਵਾਲੀਆਂ ਸੀ। ਰਾਤ ਦਾ ਜੰਗ ਸ਼ੁਰੂ ਹੋਇਆ, ਸਾਰਾ ਦਿਨ ਜੰਗ ਚੱਲਿਆ ਜੀ। ਤੇ ਹੁਣ ਰਾਤ ਪੈਣ ਵਾਲੀ ਹੈ, ਸ਼ਾਮ ਸ਼ੁਰੂ ਹੋਣ ਵਾਲੀ ਸੀ, 4 ਘੜੀਆਂ ਦਿਨ ਰਹਿ ਗਿਆ। ਚਹੁੰ ਦਿਸ਼ ਪੁਰ ਕੇ ਦਾਰੁਨ ਥਾਨ, ਧੁੱਕ ਧੁੱਕ ਉਠਵੇ ਲੱਗੇ ਮਸਾਨ। ਬਸ ਉਸੇ ਵੇਲੇ ਉੱਥੇ ਕਰਤਾਰਪੁਰ ਸਾਹਿਬ ਦੇ ਆਲੇ ਦੁਆਲੇ ਮਾਨੋ ਜਿਵੇਂ ਮਸਾਣਾ ਹੀ ਬਣ ਗਈਆਂ ਹੋਣ, ਇੰਨੀਆਂ ਜ਼ਿਆਦਾ ਲਾਸ਼ਾਂ ਪਈਆਂ ਸਨ। ਜੁੰਬਕ ਬੋਲਤ ਤਰਾਸ ਉਪਾਵੈ, ਮਾਸ ਖਾਏ ਖਗ ਬ੍ਰਿੰਦ ਭਰਮਾਵੈ। ਗਿੱਦੜ ਬੋਲ ਰਹੇ ਸਨ, ਬਹੁਤ ਡਰ ਪੈਦਾ ਹੋ ਰਿਹਾ ਸੀ। ਪੰਛੀ ਆ ਰਹੇ ਸੀਗੇ, ਤੁਰਕਾਂ ਦਾ ਨੋਚ ਨੋਚ ਕੇ ਮਾਸ ਖਾ ਰਹੇ ਸਨ। ਕੁਸ਼ਕ ਊਨ ਲਸ਼ ਤੁਰਕ ਸੰਘਾਰੇ, ਗੁਰ ਕੇ ਵੀਰ ਸਾਤ ਸਹਿ ਮਾਰੇ। ਆਖੋ ਵਾਹਿਗੁਰੂ ਵਾਹਿਗੁਰੂ, ਫੇਰ ਆਖੋ ਵਾਹਿਗੁਰੂ। ਕੁਸ਼ਕ ਊਨ ਲੱਛ ਤੁਰਕ ਸੰਘਾਰੇ। ਲੱਖ ਤੋਂ ਥੋੜੇ ਹੀ ਤੁਰਕ ਜਿਹੜੇ ਸੀਗੇ ਨਾ, ਮਤਲਬ ਲੱਖ ਤੋਂ ਥੋੜੀ ਜਿਹੀ ਘੱਟ ਗਿਣਤੀ ਸੀ, ਇੰਨੇ ਤੁਰਕ ਮਹਾਰਾਜ ਨੇ ਮਾਰੇ। ਚਲੋ 95,000 ਲਾ ਕੇ ਚੱਲੀਏ। ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਉਹ 5,000 ਛੱਡ ਵੀ ਦਿੰਦੇ ਆ, ਮੰਨ ਲੈਂਦੇ ਆ, ਇੱਕ ਅੰਦਾਜ਼ਾ ਲਾ ਲੈਂਦੇ ਆ ਵੀ 95,000 ਤੁਰਕ ਮਰ ਗਿਆ। ਤੇ ਗੁਰ ਕੇ ਵੀਰ ਸਾਤ ਸਹਿ ਮਾਰੇ। ਤੇ ਗੁਰੂ ਸਾਹਿਬ ਦੇ ਕਿੰਨੇ ਸਿੱਖ ਸ਼ਹੀਦ ਹੋਏ? 700 ਸਿੱਖ। ਆਖੋ ਵਾਹਿਗੁਰੂ। ਕਿੰਨੀ ਵੱਡੀ ਫੌਜ ਗਰਕ ਹੋਈ ਜੀ ਉਹਨਾਂ ਦੀ। ਤੇ ਸਤਿਗੁਰੂ ਜੀ ਦੇ 700 ਸਿੱਖ। ਕੁੱਲ ਕਿੰਨਾ ਸਿੱਖ ਸੀ? 1800। ਤੇ ਕਿੰਨਾ ਬਚ ਗਿਆ? 1100 ਫਿਰ ਬਚ ਗਿਆ। ਆਖੋ ਵਾਹਿਗੁਰੂ। 1100 ਸਿੱਖਾਂ ਦੀ ਫੌਜ ਫਿਰ ਗੁਰੂ ਹਰਗੋਬਿੰਦ ਸਾਹਿਬ ਕੋਲ ਰਹੀ। ਤੇ ਉਧਰ ਕੀ ਬਣਿਆ ਜੀ? ਹਾਂਜੀ, ਪੁੰਨ ਸਤਿਗੁਰ ਕੀਨਸ ਬਿਸਰਾਮ। ਇਸ ਤਰ੍ਹਾਂ ਕਾਲੇ ਖਾਂ ਨੂੰ ਮਾਰ ਕੇ, ਤੁਰਕਾਂ ਨੂੰ ਭਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਆਰਾਮ ਕੀਤਾ। ਜੀਅਤ ਸੁਭਾਟ ਸਭ ਲਹਿਓ ਆਰਾਮ। ਜਿਹੜੇ ਗੁਰੂ ਜੀ ਦੇ ਸਿੱਖ ਜਿਉਂਦੇ ਸਨ ਜੰਗ ਕਰ ਕਰਕੇ ਥੱਕੇ, ਉਹ ਸਾਰੇ ਆਰਾਮ ਕਰਨ ਲੱਗੇ। ਕਮਰ ਕਸਾ ਤਿਵਹੀ ਸਵਧਾਨਾ। ਪਰ ਕਮਰ ਕੱਸਾ ਉਸੇ ਤਰ੍ਹਾਂ ਲੱਗਾ ਵੀ ਕੋਈ ਪਤਾ ਨਹੀਂ ਕਿਹੜੇ ਵੇਲੇ ਫਿਰ ਆ ਜਾਣੇ। ਸ਼ਰਮਤ ਜੇ 5 ਜਾਮ ਰਣ ਠਾਨਾ। ਤੇ 5 ਪਹਿਰ ਤੱਕ ਜੰਗ ਕਰਕੇ ਥੱਕੇ ਪਏ ਸਨ ਗੁਰੂ ਦੇ ਸਿੱਖ। ਕਮਰ ਕੱਸਾ ਲੱਗਾ। ਸਾਧ ਸੰਗਤ ਜੀ 8 ਪਹਿਰਾਂ ਦਾ ਦਿਨ ਹੈ। ਇੱਕ ਦਿਨ 24 ਘੰਟੇ 8 ਪਹਿਰ ਦੇ ਹੁੰਦੇ ਆ। 5 ਪਹਿਰਾਂ ਵਿੱਚ ਲਗਭਗ ਸ਼ਬਦ ਕਹਿ ਰਹੇ ਆ ਤਾਂ ਠਾਂ ਗਿਣਤੀ ਹੋ ਸਕਦੀ ਹੈ। ਲਗਭਗ 95,000 ਫੌਜ ਗੁਰੂ ਜੀ ਨੇ ਮਾਰੀ ਹੈ ਜੀ। ਕਿੱਡੇ ਵੱਡੇ ਯੋਧੇ ਆ ਗੁਰੂ ਹਰਗੋਬਿੰਦ ਸਾਹਿਬ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਫਿਰ ਸਪਸ਼ਟ ਕਿਹਾ, ਤੇ ਬੱਚਾ ਜਾਣਦਾ, 5 ਪਿਆਲੇ 5 ਪੀਰ, 6ਠਮ ਪੀਰ ਬੈਠਾ ਗੁਰ ਪਾਰੀ। ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਚੱਲੇ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ, ਦਲ ਭੰਜਨ ਗੁਰ ਸੂਰਮਾ। ਦਲ ਭੰਜਨ ਗੁਰ ਸੂਰਮਾ, ਦਲ ਭੰਜਨ ਗੁਰ ਸੂਰਮਾ। ਵੇਖੋ ਅੱਜ ਤਾਂ ਚਾਰੇ ਜੰਗਾਂ ਦੀ ਜਿੱਤ ਹੋਈ ਆ। ਅੱਜ ਤਾਂ ਸਗੋਂ ਗੱਜ ਗੱਜ ਕੇ ਕਹਿਣਾ ਚਾਹੀਦਾ, ਦਲ ਭੰਜਨ ਗੁਰ ਸੂਰਮਾ, ਦਲ ਭੰਜਨ ਗੁਰ ਸੂਰਮਾ। ਦਲ ਭੰਜਨ ਗੁਰ ਸੂਰਮਾ,
ਦਲ ਭੰਜਨ ਗੁਰ ਸੂਰਮਾ। ਗੱਜ ਕੇ ਦਲ ਭੰਜਨ ਗੁਰ ਸੂਰਮਾ, ਦਲ ਭੰਜਨ ਗੁਰ ਸੂਰਮਾ। ਦਲ ਭੰਜਨ ਗੁਰ ਸੂਰਮਾ, ਦਲ ਭੰਜਨ ਗੁਰ ਸੂਰਮਾ। ਵੱਡ ਜੋਦਾ ਬਹੁ ਪਾਰਿ ਉਪਕਾਰੀ, ਵੱਡ ਜੋਦਾ ਬਹੁ ਪਾਰਿ ਉਪਕਾਰੀ। ਵੱਡ ਜੋਦਾ ਬਹੁ ਪਾਰਿ ਉਪਕਾਰੀ, ਵੱਡ ਜੋਦਾ ਬਹੁ ਪਾਰਿ ਉਪਕਾਰੀ। ਵੱਡ ਜੋਦਾ ਬਹੁ ਪਾਰਿ ਉਪਕਾਰੀ, ਵੱਡ ਜੋਦਾ ਬਹੁ ਪਾਰਿ ਉਪਕਾਰੀ। ਦਲ ਭੰਜਨ ਗੁਰ ਸੂਰਮਾ, ਦਲ ਭੰਜਨ ਗੁਰ ਸੂਰਮਾ। ਗਰੀਬ ਨਵਾਜ ਮਹਾਰਾਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਾਰੇ ਜੰਗਾਂ ਵਿੱਚ ਇਸ ਤਰੀਕੇ ਨਾਲ ਜਿੱਤ ਪ੍ਰਾਪਤ ਕੀਤੀ। ਵਿਧੀ ਚੰਦ ਸੋ ਸ਼੍ਰੀ ਮੁਖ ਕਹਿਓ। ਮਹਾਰਾਜ ਬਾਬਾ ਵਿਧੀ ਚੰਦ ਸਾਹਿਬ ਜੀ ਨੂੰ ਆਪਣੇ ਸ਼੍ਰੀ ਮੁਖ ਤੋਂ ਬਚਨ ਕਰਦੇ ਹਨ। ਲਖੂ ਆਦ ਪ੍ਰਲੋਕ ਜੇ ਲਹਿਓ। ਮਹਾਰਾਜ ਕਹਿੰਦੇ ਵਿਧੀ ਚੰਦ ਜੀ, ਭਾਈ ਲਖੂ ਜੀ, ਭਾਈ ਮਿਹਰਾ ਜੀ, ਹੋਰ ਗੁਰੂ ਜੀ ਦੇ ਸਿੱਖ ਜਿਹੜੇ ਹਨ ਉਹ ਜਿਹੜੇ ਸ਼ਹੀਦ ਹੋ ਗਏ ਹਨ, ਪਠੋ ਦਾਸ ਤਿਨ ਲੋਥਨ ਲੇ। ਸਿੱਖਾਂ ਨੂੰ ਭੇਜੋ, ਉਹਨਾਂ ਦੇ ਪਵਿੱਤਰ ਸ਼ਰੀਰਾਂ ਨੂੰ ਇੱਕ ਪਾਸੇ ਕਰ ਦੇਣ। ਰਚ ਹੈ ਚਿਤਾ ਸਭ ਦਾਹ ਕਰੇ। ਉਹਨਾਂ ਨੂੰ ਆਖੋ ਇੱਕੋ ਹੀ ਲੰਮੀ ਚਿਖਾ ਚਿਣ ਕੇ ਗੁਰਸਿੱਖਾਂ ਦੇ ਸ਼ਰੀਰਾਂ ਦਾ ਸੰਸਕਾਰ ਕਰ ਦੇਣ। ਹਾਂਜੀ, ਸੁਨ ਆਗਿਆ ਬਹੁ ਦਾਸ ਪਠਾਏ। ਆਗਿਆ ਸੁਣ ਕੇ ਬਾਬਾ ਵਿਧੀ ਚੰਦ ਸਾਹਿਬ ਜੀ ਨੇ ਕਈ ਦਾਸ ਜਿਹੜੇ ਆ ਉਹ ਇਸ ਡਿਊਟੀ ਤੇ ਲਾਏ। ਅਮੀ ਚੰਦ ਮਿਹਰ ਰਾਧਿਕ ਲਿਆਏ। ਤੇ ਬਹੁਤ ਸੇਵਕਾਂ ਨੂੰ ਲੈ ਭੇਜਿਆ। ਭਾਈ ਅਮੀ ਚੰਦ ਜੀ, ਭਾਈ ਮਿਹਰਾ ਜੀ, ਭਾਈ ਲਖੂ ਜੀ, ਮਹਾਰਾਜ ਜੀ ਦੇ ਸੈਨਾਪਤੀ, ਉਹਨਾਂ ਦੇ ਪਵਿੱਤਰ ਸਰੀਰਾਂ ਨੂੰ ਲੈ ਕੇ ਆਏ। ਕਾਸ਼ਟ ਸੰਚ ਦਹਾ ਸਭ ਕਰੇ। ਬਾਬਾ ਵਿਧੀ ਚੰਦ ਸਾਹਿਬ ਜੀ, ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਦੀ ਸਾਧ ਸੰਗਤ ਦੀ ਰਹਿਨੁਮਾਈ ਦੇ ਵਿੱਚ ਲੱਕੜਾਂ ਲੈ ਕੇ ਉਹਨਾਂ ਗੁਰਸਿੱਖਾਂ ਦੇ ਮਹਾਨ ਸਰੀਰਾਂ ਦਾ ਸਾਧ ਸੰਗਤ ਜੀ ਸੰਸਕਾਰ ਕੀਤਾ ਗਿਆ। ਲਿਆਏ ਉਠਾਏ ਜੇ ਘਾਇਲ ਪਰੇ। ਤੇ ਜਿਹੜੇ ਗੁਰੂ ਦੇ ਸਿੱਖ ਜ਼ਖਮੀ ਹੋ ਗਏ ਸਨ ਉਹਨਾਂ ਨੂੰ ਵੀ ਚੁੱਕ ਕੇ ਲੈ ਕੇ ਆਏ। ਇਤਨੇ ਵਿਖੇ ਨਿਸਾ ਹੋਏ ਆਏ। ਇਹ ਕਾਰਜ ਕਰਦਿਆਂ ਕਰਦਿਆਂ ਹੀ ਰਾਤ ਪੈ ਗਈ। ਸਿਆਲ ਪੁਕਾਰ ਕੀਨ ਚੌਕਾਈ। ਤੇ ਗਿੱਦੜਾਂ ਨੇ ਫਿਰ ਚਾਰੇ ਪਾਸੇ ਰੌਲਾ ਪਾ ਦਿੱਤਾ। ਪੁਰ ਮੈਂ ਜਹ ਕਹਿ ਨਰ ਮਿਲ ਬੈਸੇ। ਬਿਤੀ ਜਥਾ ਬਾਤਨ ਕਰ ਤੈਸੇ। ਤੇ ਪੁਰ ਮਹਿ ਜਹ ਕਹਿ ਨਰ ਮਿਲ ਬੈਸੇ। ਕਰਤਾਰਪੁਰ ਸਾਹਿਬ 'ਚ ਜਿੱਥੇ ਜਿੱਥੇ ਲੋਕ ਬੈਠੇ ਸਨ, ਬੀਤੀ ਜਥਾ ਬਾਤਨ ਕਰ ਤੈਸੇ, ਜਿਵੇਂ ਬਤੀਤ ਹੋਇਆ ਉਵੇਂ ਦੀਆਂ ਉਹ ਗੱਲਾਂ ਕਰ ਰਹੇ ਸਨ। ਆਸ ਸੰਘਰ ਨਹਿ ਭਇਓ ਕਦਾਈ। ਕਹਿੰਦੇ ਇਹੋ ਜਿਹਾ ਜੰਗ ਤਾਂ ਪਹਿਲਾਂ ਕਦੀ ਵੀ ਨਹੀਂ ਹੋਇਆ। ਪੰਜ ਪਹਿਰ ਮੈਂ ਦਲ ਸਮੁਦਾਈ। ਪੰਜ ਪਹਿਰਾਂ ਵਿੱਚ ਸਾਰਾ ਦਾਲੀ ਮਹਾਰਾਜ ਨੇ ਮਾਰ ਸੁੱਟਿਆ ਉਹਨਾਂ ਦਾ। ਦੋਨੋਂ ਦਿਸ਼ ਤੇ ਲਰ ਲਰ ਮਰੇ। ਦੋਵੇਂ ਪਾਸਿਆਂ ਤੋਂ ਯੋਧੇ ਸ਼ਹੀਦ ਹੋਏ ਆ, ਉਹ ਵੀ ਮਰੇ ਆ। ਸਤਿਗੁਰ ਬਿਨਾ ਕੌਣ ਅਸ ਕਰੇ। ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਗੈਰ ਐਸਾ ਕੌਣ ਕਰ ਸਕਦਾ ਹੈ। ਕਈ ਮਾਸ ਲੋ ਮਾਸ ਰਹੇ ਹੈ। ਅਸਥੀ ਬ੍ਰਿੰਦ ਪ੍ਰਦ੍ਰਿਸ਼ਟੇ ਹੈ। ਸੋ ਭਾਈ ਸੰਤੋਖ ਸਿੰਘ ਦੇ ਕਈ ਮਹੀਨਿਆਂ ਤੱਕ ਉੱਥੇ ਫਿਰ ਉਹਨਾਂ ਦੇ ਸਰੀਰਾਂ ਦੀ ਬਦਬੂ ਹੀ ਆਉਂਦੀ ਰਹੀ ਸੀ ਤੁਰਕਾਂ ਤੇ ਜੀ। ਇਹਦੇ ਤੋਂ ਅੱਗੇ ਪ੍ਰਸੰਗ ਜਿਹੜਾ ਉਹ ਆਪਾਂ ਕੱਲ ਦੇ ਦਿਨ ਨੂੰ ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ। ਸਾਰੀਆਂ ਸੰਗਤਾਂ ਨੂੰ ਮਹਾਰਾਜ ਜੀ ਦੇ ਚਾਰੇ ਜੰਗਾਂ ਦੀ ਫਤਿਹ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ।
ਬਹੁਤ ਬਹੁਤ ਵਧਾਈਆਂ ਹੋਣ। ਤੇਰਾ ਘਰ ਆਨੰਦ ਵਧਾਈ ਤੁਧ ਘਰ, ਮਾਨ ਮਹੱਤਾ ਤੇਜ ਆਪਣਾ ਆਪ ਜਰ। ਗੁਰੂ ਸਾਹਿਬ ਦਾ ਜਿੰਨਾ ਪ੍ਰਤਾਪ ਹੈ ਨਾ, ਇਹ ਗੁਰੂ ਸਾਹਿਬ ਹੀ ਜਰ ਸਕਦੇ ਆ। ਕਿਸੇ ਦੂਜੇ ਬੰਦੇ ਵਿੱਚ ਉਹਨਾਂ ਪ੍ਰਤਾਪ ਆ ਗਿਆ, ਉਹ ਜਰ ਨਹੀਂ ਸਕਦਾ। ਇਸੇ ਕਰਕੇ ਕਹਿੰਦੇ ਮਾਨ ਮਹੱਤਾ ਤੇਜ, ਤੇਜ ਸ਼ਕਤੀ ਨੂੰ ਕਹਿੰਦੇ। ਮਾਨ ਮਹੱਤਾ ਤੇਜ ਆਪਣਾ ਆਪ ਜਰ, ਇਹ ਮਹਾਰਾਜ ਜੀ ਜਰ ਸਕਦੇ ਆ। ਜਿੰਨੀ ਵੱਡੀ ਤਾਕਤ ਗੁਰੂ ਹਰਗੋਬਿੰਦ ਸਾਹਿਬ ਦੇ ਸਰੀਰ 'ਚ ਹੈ, ਗੁਰੂ ਹਰਗੋਬਿੰਦ ਸਾਹਿਬ ਆਪ ਹੀ ਜਰ ਸਕਦੇ ਆ। ਕਿਸੇ ਹੋਰ ਬੰਦੇ ਦੇ ਸਰੀਰ ਵਿੱਚ ਆਵੇ, ਉਹ ਜਰ ਹੀ ਨਹੀਂ ਸਕਦਾ। ਸਾਧ ਸੰਗਤ ਮਹਾਰਾਜ ਕਿਰਪਾ ਕਰਨ। ਬਹੁਤ ਬਹੁਤ ਆਪ ਜੀ ਨੂੰ ਵਧਾਈਆਂ ਹੋਣ ਜੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।